ਪਬਲਿਕ ਇਹ ਸੋਚਦੀ ਆ ਵੀ ਕਰੋਨਾ ਸਰਕਾਰਾਂ ਸਾਡੇ ਨਾਲ ਝੂਠ ਬੋਲਦੀਆਂ ਨੇ, ਕਰੋਨਾ ਉਹਨਾਂ ਹੈ ਨਹੀਂ ਜਿੰਨਾ ਕਿ ਸਰਕਾਰਾਂ ਕਹਿੰਦੀਆਂ ਨੇ। ਪਰ ਹੋ ਸਕਦਾ ਸਰਕਾਰਾਂ ਪਬਲਿਕ ਸੱਚ ਵੀ ਬੋਲਦੀ ਹੋਵੇ, ਪਰ ਸਾਨੂੰ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਕਿ ਇੰਡੀਆ ਜਾਣ ਵਾਲੇ ਵੀਰ 18 ਸਤੰਬਰ ਤੱਕ ਜ਼ਰੂਰ ਇੰਤਜ਼ਾਰ ਕਰਨ, ਉਸ ਤੋਂ ਬਾਅਦ ਹੀ ਆਪਣੀ ਕੋਈ ਪਲੈਨਿੰਗ ਇੰਡੀਆ ਦੀ ਸੋਚਣ, ਤਾਂ ਕਿ ਸਰਕਾਰ ਦੀਆਂ ਜਿਹੜੀਆਂ ਸਥਿਤੀਆਂ ਨੇ ਲੋਕਡਾਊਨ ਦੁਬਾਰਾ ਲਾਉਣ ਦੀਆਂ ਉਹ ਤੁਹਾਡੇ ਸਾਹਮਣੇ ਨਜ਼ਰ ਹੋ ਜਾਣ। ਤੁਸੀਂ ਸਪੇਨ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਸੋਚ ਸਮਝ ਕੇ ਆਉਣਾ ਪਵੇਗਾ। ਫਿਲਹਾਲ ਤਾਂ ਕੋਈ ਫਲਾਈਟ ਤੁਹਾਨੂੰ, ਕੋਈ ਐਮਬੈਸੀ ਇਸ ਟਾਈਮ 'ਤੇ ਤੁਹਾਨੂੰ ਇਜਾਜ਼ਤ ਨਹੀਂ ਦੇਗੀ। ਏਜੰਟਾਂ ਦੇ ਥਰੂ ਅਗਰ ਤੁਸੀਂ ਪੈਸੇ ਖਰਾਬ ਕਰਨੇ ਆ ਤਾਂ ਮੈਂ ਵੀ ਇਹੀ ਅਪੀਲ ਕਰਾਂਗਾ, ਏਜੰਟ ਵੀ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਪ੍ਰਦੇਸ਼ਾਂ ਦੇ ਵਿੱਚ ਨਹੀਂ ਭੇਜ ਸਕਦੇ। ਇੱਥੇ ਐਸੇ ਪਰਿਵਾਰ ਵੀ ਮੈਂ ਦੇਖੇ ਨੇ ਜਿਹੜੇ ਬਿਲਕੁਲ ਪੱਕੇ ਨੇ, ਪਿਛਲੇ 10-20 ਸਾਲ ਤੋਂ ਯੂਰਪਾਂ 'ਚ ਰਹਿ ਰਹੇ ਨੇ, ਇਸ ਟਾਈਮ 'ਤੇ ਰੋਟੀ ਤੋਂ ਮੁਹਤਾਜ ਨੇ। ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਵੀਰ ਸਪੇਨ ਵਿੱਚ ਆਉਣ ਦੀ ਬਜਾਏ ਉੱਥੇ ਆਪਣੇ ਘਰੇ ਬੈਠ ਕੇ ਰੁੱਖੀ ਮਿੱਸੀ ਖਾ ਲਓ। ਯੂਰਪ ਦੇ ਵਿੱਚ ਜਾਂ ਕੈਨੇਡਾ, ਅਮਰੀਕਾ, ਕਿਸੇ ਵੀ ਕੰਟਰੀ ਦੇ ਵਿੱਚ ਆਉਣ ਨਾਲੋਂ। ਪਿੱਛੇ ਜੇ ਆਪਾਂ ਇਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ, ਜਿਹਦੇ ਵਿੱਚ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ 3 ਵਾਰੀ ਡਿਪੋਰਟ ਹੋਏ। ਅੱਜ ਦੇ ਨੌਜਵਾਨ ਜਿਹੜੇ ਪੰਜਾਬ ਤੋਂ ਆਉਣਾ ਚਾਹੁੰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਕੁਛ ਸਿੱਖਣ, ਕੁਛ ਹੁਨਰ ਸਿੱਖਣ, ਜਿਹੜੀਆਂ ਚੀਜ਼ਾਂ ਜਿਹੜੇ ਤੁਸੀਂ ਇੱਥੇ ਆ ਕੇ ਧੱਕੇ ਖਾਦੇ ਆ ਉਹਨਾਂ ਨੂੰ ਨਾ ਖਾਣੇ ਪੈਣ। ਜੇ ਕੱਲ੍ਹ ਨੂੰ ਲੋਕਡਾਊਨ ਖੁੱਲ੍ਹਦਾ ਆ ਅਤੇ ਹਾਲਾਤ ਫਿਰ ਠੀਕ ਹੁੰਦੇ ਆ, ਕੀ ਕਰਨਾ ਚਾਹੀਦਾ ਆ, ਕੀ ਕੰਮ ਕਰਨਾ ਚਾਹੀਦਾ, ਕਿਹਦੇ ਕਰਕੇ ਉਹਨਾਂ ਨੂੰ ਧੱਕੇ ਨਾ ਖਾਣੇ ਪੈਣ, ਜਿਹੜੇ ਧੱਕੇ ਤੁਹਾਨੂੰ ਜਿਹੜੇ ਆ ਉਹ ਖਾਣੇ ਪਏ ਆ। ਲੋਕਡਾਊਨ ਦਾ ਸਮਾਂ ਆ, ਤੁਸੀਂ ਆਪ ਦੇਖ ਲਓ ਵੀ ਸਾਰੇ ਪਾਸੇ ਕੀ ਹਾਲ ਆ, ਸਾਰੇ ਮੁਲਕਾਂ ਦੇ ਵਿੱਚ ਕੀ ਹਾਲ ਆ ਨਾ, ਇੰਡੀਆ ਦੇ ਵਿੱਚ ਵੀ ਕੀ ਹਾਲ ਆ। ਜੇ ਕੋਈ ਇੰਡੀਆ ਤੋਂ ਆਉਣਾ ਚਾਹੁੰਦਾ, ਫਿਲਹਾਲ ਹਜੇ ਕੋਈ ਨਾ ਆਵੇ। ਜੇ ਗਾਹਾਂ ਤੋਂ ਹਾਲਾਤ ਸੁਧਰਦੇ ਆ, ਕੋਈ ਆਉਣਾ ਚਾਹੁੰਦਾ ਹੈ ਮੇਰਾ ਵੀਰ ਹੈ ਨਾ, ਤਾਂ ਪਲੀਜ਼ ਉਹਦੇ ਕੋਲ ਜਿਹੜਾ ਹੁਨਰ ਉਹ ਹੋਣਾ ਬਹੁਤ ਜ਼ਰੂਰੀ ਆ। ਸੇਵਾ ਨੂੰ ਸੇਵਾ ਤੱਕ ਹੀ ਸੀਮਤ ਰੱਖਿਆ ਜਾਵੇ, ਸੇਵਾ ਨੂੰ ਰਾਜਨੀਤੀ ਵਿੱਚ ਨਾ ਵੜਾਇਆ ਜਾਵੇ। ਹਰਮਨ, ਤੁਸੀਂ ਵੀ ਸੇਵਾ ਕਰਦੇ ਆ, ਸੇਵਾ ਗਰੁੱਪਾਂ ਦੇ ਵਿੱਚ ਸੇਵਾਵਾਂ ਕਰਦੇ ਆ, ਜੋ ਅੱਜ ਕੱਲ੍ਹ ਸਮਾਜ ਸੇਵਕ ਸੰਸਥਾਵਾਂ ਦੇ ਉੱਤੇ ਲੱਗ ਰਹੇ ਆ। ਜੇ ਇਹੀ ਸਵਾਲ ਤੁਹਾਡੇ ਉੱਤੇ ਮੈਂ ਖੁਦ ਰੱਖਦਾ ਆ ਤਾਂ ਤੁਸੀਂ ਇਹਦਾ ਆਨਸਰ ਕੀ ਦਿਓਗੇ? ਅਸੀਂ ਹਿਸਾਬ ਉਸ ਵੀਰ ਨੂੰ ਦੇਣ ਨੂੰ ਤਿਆਰ ਆ ਜਿਹੜੇ ਵੀਰ ਨੇ ਸਾਨੂੰ 5 ਯੂਰੋ ਵੀ ਦਾਨ ਵਿੱਚ ਦਿੱਤੇ ਆ ਜੀ। ਤੁਸੀਂ ਤਾਂ ਇੱਥੇ ਰਹਿੰਦੇ NRI ਆ, ਤੁਸੀਂ ਤਾਂ ਇੱਥੋਂ ਜੇ ਕਿਸੇ ਨੇ ਵੀਡੀਓ ਪਾਈ ਪੈਸੇ ਭੇਜਦੇ ਆ, ਹੁਣ ਤੁਸੀਂ ਵੀ ਪੈਸੇ ਭੇਜਦੇ ਆ, ਤੁਸੀਂ ਕਿੱਦਾਂ ਦੇਖਦੇ ਆ? ਅਗਰ ਸਾਨੂੰ ਕੋਈ ਪਰਿਵਾਰ ਕਾਲ ਕਰਦਾ ਹੈ ਕਿ ਸਾਨੂੰ 10,000 ਰੁਪਏ ਦੀ, ਸਾਨੂੰ ਟ੍ਰੀਟਮੈਂਟ ਵਾਸਤੇ 10,000 ਰੁਪਏ ਦੀ ਲੋੜ ਆ, ਅਸੀਂ ਸਿੱਧੇ ਪੈਸੇ ਪਰਿਵਾਰ ਨੂੰ ਨਹੀਂ ਦਿੰਦੇ ਜੀ। ਕਹਿਣ ਨੂੰ ਤਾਂ ਉਹ ਵੀ ਸੰਸਥਾਵਾਂ ਕਹਿੰਦੀਆਂ ਅਸੀਂ ਬੜੇ ਪਾਰਦਰਸ਼ੀ ਆ, ਜਿੱਦਾਂ ਤੁਸੀਂ ਕਹਿਣ ਡਏ ਆ। ਜ਼ਰੂਰ ਸਵਾਲ ਪੁੱਛੋ, ਜਿਹੜਾ 1 ਰੁਪਈਆ ਤੁਸੀਂ ਦਿੰਦੇ ਆ ਪੁੱਛੋ ਕਿੱਥੇ ਜਾਂਦਾ। ਤੁਹਾਡਾ ਹੱਕ ਬਣਦਾ, ਕਿਉਂਕਿ ਤੁਹਾਡੀ ਕਿਰਤ ਕਮਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦੀ ਟੀਮ ਅੱਜ ਆਈ ਆ ਜਿਰੋਨਾ ਸ਼ਹਿਰ। ਸਪੇਨ ਦਾ ਇੱਕ ਉਹ ਸ਼ਹਿਰ ਆ ਜਿੱਥੇ ਪੰਜਾਬੀਆਂ ਦੀ ਵਸੋਂ ਕਾਫੀ ਆ। ਇੱਥੋਂ ਮੱਖਣ ਸਿੰਘ ਜੀ ਗੋਲੀਆਂ, ਜੋ ਇੱਥੋਂ ਦੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਆ, ਵਜੋਂ ਸੇਵਾ ਨਿਭਾ ਰਹੇ ਆ। ਉਸ ਤੋਂ ਬਾਅਦ ਮਿਲਾਂਗੇ ਹਰਮਨ ਸਿੰਘ ਜੀ ਅਲੋਟ ਤੋਂ। ਇੱਕ ਲਾਗੇ ਹੀ ਇੱਕ ਛੋਟਾ ਜਿਹਾ ਸ਼ਹਿਰ ਪੈਂਦਾ ਆ ਸਪੇਨ ਦਾ, ਜਿੱਥੇ ਕਾਫੀ ਜਿਹੜੇ ਪੰਜਾਬੀ ਆ ਫੈਕਟਰੀਆਂ ਦੇ ਵਿੱਚ ਆਮ ਕੰਮ ਕਰਦੇ ਆ। ਅਤੇ ਉਸ ਤੋਂ ਬਾਅਦ ਸਾਡੇ ਜੀਤਾ ਸਿੱਧੂ ਜੀ, ਜਿਹੜੇ ਵੀਰ ਅੱਜ ਆਪਣੇ ਕੋਲ ਆਏ ਆ ਚੱਲ ਕੇ। ਕਾਲਦਾਸ ਦੇ ਮਰਵਈਆ ਲਾਗੇ ਹੀ ਪਿੰਡ ਆ, ਪਰ ਜਰੋਨੇ ਸ਼ਹਿਰ ਦੇ ਵਿੱਚ ਰਹਿੰਦੇ ਆ, ਸੁਪਰ ਮਾਰਕੀਟ ਦਾ ਕੰਮ ਕਰਦੇ ਆ। ਕਾਫੀ ਇੱਥੇ ਸਪੈਨਿਸ਼ ਜਿਹੜੇ ਕਤਲਾਨ ਆ ਉਹਨਾਂ ਦੇ ਵਿੱਚ ਵਿਚਰਦੇ ਆ। ਅਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਚੀਮਾ ਭਾਜੀ, ਜਈਦਾ ਤੋਂ, ਲਲੀਦਾ ਤੋਂ ਆਏ ਆ ਸਪੈਸ਼ਲ ਤੌਰ 'ਤੇ ਪੰਜਾਬੀ ਲੋਕ ਚੈਨਲ ਦੀ ਟੀਮ ਨੂੰ ਮਿਲੇ ਆ ਕੇ। ਅਤੇ ਇੱਥੋਂ 200 ਕਿਲੋਮੀਟਰ ਦੀ ਦੂਰੀ 'ਤੇ ਸੈਂਟਰ ਦੇ ਵਿੱਚ ਕਤਲੋਨੀਆ ਦੇ ਜਈਦਾ ਸ਼ਹਿਰ ਪੈਂਦਾ ਆ। ਕਾਫੀ ਉੱਥੇ ਕਤਲਾਨ ਅਤੇ ਪੰਜਾਬੀਆਂ ਦੀ ਵਸੋਂ ਥੋੜ੍ਹੀ ਘੱਟ ਆ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਚੀਮਾ ਭਾਜੀ ਨਾਲ, ਕਿਉਂਕਿ ਸਪੇਨ ਦੇ ਵਿੱਚ ਲੋਕਡਾਊਨ ਵਧਣ ਦੇ ਕਾਰਨ ਹੋ ਰਹੇ ਆ, ਜਿਵੇਂ ਲੋਕਡਾਊਨ ਹੋਣ ਦੇ ਕਾਰਨ ਬਣ ਰਹੇ ਆ। ਅਤੇ
ਉਹ ਕਿਉਂ ਤੇ ਕਾਹ ਤੋਂ ਕੀ ਜਿਹੜਾ ਵਾ ਸਾਡੇ ਵੱਲੋਂ ਜਿਹੜਾ ਇੱਥੇ ਜਿਹੜੇ ਲੋਕ ਆ ਸਪੈਨਿਸ਼ ਲੋਕ ਆ ਉਹਨਾਂ ਵੱਲੋਂ ਜਿਹੜੇ ਧਿਆਨ ਨਹੀਂ ਰੱਖੇ ਜਾ ਰਹੇ ਕਿ ਕਰੋਨਾ ਵਾਇਰਸ ਦੇ ਫਿਰ ਦੁਬਾਰਾ ਤੋਂ ਕੇਸ ਵੱਧ ਰਹੇ ਆ ਤੇ ਨਾਲ ਹੀ ਨਾਲ ਇੱਥੇ ਜਿਹੜਾ ਬਿਜ਼ਨਸ ਆ ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਆ। ਲੋਕਾਂ ਨੂੰ ਬਿਜ਼ਨਸ ਦਾ ਬੜਾ ਜ਼ਿਆਦਾ ਧੱਕਾ ਲੱਗਾ ਆ ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਜਾਬੀ ਲੋਕ ਚੈਨਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇੰਟਰਵਿਊ ਲਈ ਆ ਤੇ ਮੈਂ ਹੀ ਦੱਸਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਸਪੇਨ ਦੇ ਵਿੱਚ ਜਿਹੜੇ ਹਾਲਾਤ ਆ ਫਿਰ ਦੁਬਾਰਾ ਤੋਂ ਥੋੜ੍ਹੇ ਖ਼ਰਾਬ ਹੋਣੇ ਸ਼ੁਰੂ ਹੋ ਗਏ ਆ ਤੇ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਨੇ ਉਹਨਾਂ ਨੇ ਇਸ ਨੂੰ ਸਾਰੇ ਨੂੰ ਦੇਖਦੇ ਹੋਏ ਥੋੜ੍ਹੇ ਜਿਹੇ ਕਾਨੂੰਨ ਸਖਤ ਕੀਤੇ ਹੋਏ ਆ ਤੇ 18 ਸਤੰਬਰ ਤੋਂ ਦੁਬਾਰਾ ਇਹ ਸਰਕਾਰਾਂ ਲੋਕਡਾਊਨ ਲਾਉਣ ਦੀ ਸਥਿਤੀ ਦੇ ਵਿੱਚ ਆ। ਇਸ ਕਰਕੇ ਹੁਣ ਤਾਂ ਫਲਾਈਟਾਂ ਇੰਡੀਆ ਨੂੰ ਜਾ ਰਹੀਆਂ ਨੇ, ਉੱਥੋਂ ਵਾਪਸ ਆ ਰਹੀਆਂ ਨੇ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਦੁਬਾਰਾ ਹਾਲਾਤ ਮਾਰਚ ਅਪ੍ਰੈਲ ਮਈ ਵਾਲੇ ਹੋ ਜਾਣ ਕਿ ਉੱਧਰੋਂ ਫਲਾਈਟਾਂ ਆਉਣ ਵਾਸਤੇ ਤੁਹਾਨੂੰ ਅੰਬੈਸੀਆਂ ਦੇ ਵਿੱਚ ਰਜਿਸਟ੍ਰੇਸ਼ਨ ਵਗੈਰਾ ਕਰਵਾਉਣੀ ਪਵੇ, ਅੰਬੈਸੀਆਂ ਦੇ ਤਰਲੇ ਮਾਰਨੇ ਪੈਣ ਕਿ ਸਾਨੂੰ ਵਾਪਸ ਜਾਣ ਦਿੱਤਾ ਜਾਵੇ। ਉਹੀ ਦੁਬਾਰਾ ਹਾਲਾਤ ਸ਼ੁਰੂ ਹੋ ਜਾਣ, ਤੁਹਾਡੀਆਂ ਰੈਜ਼ੀਡੈਂਸੀਆਂ ਦੀਆਂ ਡੇਟਾਂ ਲੰਘ ਜਾਣ। ਇਸ ਲਈ ਮੈਂ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਅਗਰ ਇੰਡੀਆ ਜਾਣ ਦਾ ਪ੍ਰੋਗਰਾਮ ਆਪਣਾ ਬਣਾ ਰਹੇ ਹੋ ਸਪੇਨ ਦੇ ਵਿੱਚ ਤੇ ਤੁਸੀਂ 18 ਸਤੰਬਰ ਤੱਕ ਵੇਟ ਕਰੋ, ਇੰਤਜ਼ਾਰ ਕਰੋ। ਉਸ ਤੋਂ ਬਾਅਦ ਦੇ ਹਾਲਾਤਾਂ ਨੂੰ ਦੇਖਦੇ ਹੋਏ ਹੀ ਤੁਸੀਂ ਇੰਡੀਆ ਨੂੰ ਜਾਓ ਤਾਂ ਕਿ ਤੁਸੀਂ ਉੱਥੇ ਜਾ ਕੇ ਕਿਸੇ ਨੇ 15 ਦਿਨ ਜਾਂ ਮਹੀਨੇ ਦੇ ਵਾਸਤੇ ਜਾਣਾ ਤੇ ਉੱਥੇ ਜਾ ਕੇ ਫਸ ਨਾ ਜਾਓ ਤਾਂ ਕਿ ਤੁਹਾਨੂੰ ਬਾਅਦ ਵਿੱਚ ਆਉਣ ਵਿੱਚ ਮੁਸ਼ਕਲ ਆਵੇ ਤੇ ਤੁਹਾਡੀਆਂ ਆਈਡੀ ਐਕਸਪਾਇਰ ਹੋ ਜਾਣ, ਤੁਹਾਡਾ ਜਾਂ ਇੱਥੇ ਪਿੱਛੇ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏ। ਇਸ ਲਈ ਜੋ ਵੀ ਕਰਨਾ ਵੀਰੋ ਸੋਚ ਸਮਝ ਕੇ ਕਰੋ। ਇੱਥੇ ਦੇ ਇਸ ਟਾਈਮ ਦੇ ਹਾਲਾਤ ਇਸ ਤਰ੍ਹਾਂ ਨੇ, ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਕਰੋਨਾ ਮਰੀਜ਼ ਨੇ ਤੇ ਗੌਰਮੈਂਟ ਆਪਣੇ ਵੱਲੋਂ ਪੂਰੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਆ ਕਿ ਇਸ ਨੂੰ ਕਰੋਨਾ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ ਪਰ ਪਬਲਿਕ ਦਾ ਸਾਥ ਜਿੰਨਾ ਮਿਲਣਾ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ। ਪਬਲਿਕ ਇਹ ਸੋਚਦੀ ਆ ਵੀ ਕਰੋਨਾ ਸਰਕਾਰਾਂ ਸਾਡੇ ਨਾਲ ਝੂਠ ਬੋਲਦੀਆਂ ਨੇ, ਕਰੋਨਾ ਉਹਨਾਂ ਹੈ ਨਹੀਂ ਜਿੰਨਾ ਕਿ ਸਰਕਾਰਾਂ ਕਹਿੰਦੀਆਂ ਨੇ। ਪਰ ਹੋ ਸਕਦਾ ਸਰਕਾਰਾਂ ਪਬਲਿਕ ਸੱਚ ਵੀ ਬੋਲਦੀ ਹੋਵੇ ਪਰ ਸਾਨੂੰ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜੀ ਇਹ ਦੌੜ ਆ ਹੋਰ ਲੰਬੀ ਨਾ ਚੱਲੇ ਤੇ ਸਾਨੂੰ ਸੁੱਖ ਦਾ ਸਾਰਿਆਂ ਨੂੰ ਸੁੱਖ ਦਾ ਸਾਹ ਆਵੇ। ਜਿਨ੍ਹਾਂ ਦੇ ਕਾਰੋਬਾਰ ਬਿਜ਼ਨਸ ਜੋ ਪਰਿਵਾਰ ਬਿਨਾਂ ਮਜ਼ਦੂਰੀਆਂ ਘਰੇ ਬੈਠੇ ਆ ਉਹਨਾਂ ਨੂੰ ਕੋਈ ਰਾਸ਼ਨ ਦਾ ਕਿਸੇ ਕਿਸਮ ਦਾ ਕੋਈ ਸਾਧਨ ਹੈ ਨਹੀਂ ਗਾ। ਕੋਈ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਜੇ ਇੱਕ ਜੀ ਆ ਤੇ ਅਗਰ ਉਸ ਦਾ ਕੰਮ ਕਰੋਨਾ ਦੀ ਵਜ੍ਹਾ ਦੇ ਨਾਲ ਛੁੱਟਿਆ ਹੋਇਆ ਤੇ ਉਹ ਦੁਬਾਰਾ ਕੰਮ ਤੇ ਚੜ੍ਹ ਸਕੇ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ, ਪੰਜਾਬੀ ਵੀਰਾਂ ਨੂੰ ਵੀ ਤੇ ਸਪੈਨਿਸ਼ਾਂ ਨੂੰ ਵੀ, ਅਗਰ ਵੀ ਆਪਣੀ ਕਮਿਊਨਿਟੀ ਨੂੰ ਮੈਂ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹੋ ਸਕਦਾ ਤੇ ਸਾਰਿਆਂ ਦਾ ਸਾਥ ਦਿਵੋ, ਇੱਕ ਦੂਜੇ ਦਾ ਸਾਥ ਦਿਵੋ। ਅਗਰ ਕਿਸੇ ਵੀਰ ਕੋਲ ਕੰਮ ਹੈ ਨਹੀਂ ਗਾ ਤੇ ਉਸ ਨੂੰ ਕੰਮ ਤੇ ਲਵਾਉਣ ਦੀ ਕੋਸ਼ਿਸ਼ ਕਰੋ ਤੇ ਜਾਂ ਫਿਰ ਤੁਸੀਂ ਜਿਸ ਨੂੰ ਰਾਸ਼ਨ ਦੀ ਜਾਂ ਜਿਸ ਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਆ ਤੇ ਆਪਣੇ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਸ ਨੂੰ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਮਿਲ ਜੁਲ ਕੇ ਇਸ ਔਖੀ ਘੜੀ ਦੇ ਵਿੱਚੋਂ ਲੰਘਿਆ ਜਾ ਸਕੇ। ਤੇ ਇਹੀ ਮੇਰੀਆਂ ਬੇਨਤੀਆਂ ਨੇ ਤੇ ਮੈਂ ਇਹੀ ਦੁਬਾਰਾ ਕਹਿਣਾ ਚਾਹਾਂਗਾ ਕਿ ਇੰਡੀਆ ਜਾਣ ਵਾਲੇ ਵੀਰ 18 ਸਤੰਬਰ ਤੱਕ ਜ਼ਰੂਰ ਇੰਤਜ਼ਾਰ ਕਰਨ। ਉਸ ਤੋਂ ਬਾਅਦ ਹੀ ਆਪਣੀ ਕੋਈ ਪਲੈਨਿੰਗ ਇੰਡੀਆ ਦੀ ਸੋਚਣ ਤਾਂ ਕਿ ਸਰਕਾਰ ਦੀਆਂ ਜਿਹੜੀਆਂ ਸਥਿਤੀਆਂ ਨੇ ਲੋਕਡਾਊਨ ਦੁਬਾਰਾ ਲਾਉਣ ਦੀਆਂ ਉਹ ਤੁਹਾਡੇ ਸਾਹਮਣੇ ਨਸਰ ਹੋ ਜਾਣ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦੀ ਇਜਾਜ਼ਤ ਮੰਗਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਕੀ ਤੁਸੀਂ ਇੱਥੇ ਬਿਜ਼ਨਸ ਵੀ ਕਰਦੇ ਆ, ਤੁਹਾਡੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਆ, ਪੰਜਾਬੀ ਵੀ ਤੁਹਾਡੇ ਕੋਲ ਕੰਮ ਕਰਦੇ ਆ। ਹਾਂਜੀ। ਤੇ ਪਿਛਲੇ ਸਾਲ ਨਾਲੋਂ ਇਸ ਸਾਲ ਕਰੋਨਾ ਕਰਕੇ ਕੀ ਉਹਦੇ ਵਿੱਚ ਫਰਕ ਪਿਆ ਆ, ਕਿੰਨਾ ਕੁ ਕੋਈ ਨੁਕਸਾਨ ਹੋਇਆ ਤੁਹਾਨੂੰ, ਉਹਦੇ ਬਾਰੇ ਕੁਛ ਜਾਣਕਾਰੀ ਦਿਓ। ਤੇ ਜਿਹੜੇ ਪੰਜਾਬੀ ਨੌਜਵਾਨ ਇੰਡੀਆ ਤੋਂ ਆਉਣ ਵਾਸਤੇ ਜਾਂ ਕੁਛ ਇੱਦਾਂ ਕਰ ਉਹਨਾਂ ਵਾਸਤੇ ਵੀ ਕੁਛ ਗੱਲ ਦੱਸੋਗੇ ਕਿ ਆਉਣਾ ਚਾਹੀਦਾ ਆ ਕਿ ਨਹੀਂ ਆਉਣਾ ਚਾਹੀਦਾ, ਇਹੋ ਜਿਹੇ ਬਾਰੇ ਦੱਸੋ। ਪਹਿਲੀ ਗੱਲ ਤਾਂ ਨੁਕਸਾਨ ਦੀ ਕਰੀਏ ਤਾਂ ਨੁਕਸਾਨ ਹਰ ਇੱਕ ਨੂੰ ਹੋਇਆ, ਬਿਜ਼ਨਸਮੈਨ ਨੂੰ ਵੀ ਨੁਕਸਾਨ ਹੋਇਆ, ਫੈਕਟਰੀਆਂ ਵਾਲਿਆਂ ਨੂੰ, ਕੰਮ ਕਰਨ ਵਾਲਿਆਂ ਨੂੰ ਨੁਕਸਾਨ ਹੋਇਆ। ਤੇ ਜੇ ਨੁਕਸਾਨ ਵੀ ਦੇਖਿਆ ਜਾਵੇ, ਨੁਕਸਾਨ ਤਾਂ ਇੱਕ ਹੋਇਆ ਹੀ ਆ ਪਰ ਕੰਮ ਕਰਨ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹ ਵੀ ਬਹੁਤ ਜ਼ਿਆਦਾ ਨੇ। ਹਰ ਸਮੇਂ ਮਾਸਕ ਪਹਿਨ ਕੇ ਜਿਹੜਾ ਮਾਸਕ ਮੂੰਹ ਦੇ ਉੱਤੇ ਲਗਾ ਕੇ ਕੰਮ ਕਰਨਾ ਇੰਨੀ ਗਰਮੀ ਦੇ ਵਿੱਚ ਕਿਸੇ ਟਾਈਮ ਬਹੁਤ ਔਖਾ ਹੋ ਜਾਂਦਾ, ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਆ, ਸਿਰ ਦੇ ਵਿੱਚ ਦਰਦ ਹੁੰਦੀ ਆ। ਪਰ ਫਿਰ ਵੀ ਸਾਨੂੰ 16 ਘੰਟੇ 10 ਘੰਟੇ ਮਾਸਕ ਲਗਾ ਕੇ ਜਿਹੜੇ ਸੁਪਰ ਮਾਰਕੀਟ 'ਤੇ ਕੰਮ ਕਰਦੇ ਨੇ ਮੇਰੇ ਵੀਰ ਜਾਂ ਕਿਸੇ ਫੈਕਟਰੀਆਂ 'ਚ ਕੰਮ ਕਰਦੇ ਨੇ, ਬਹੁਤ ਔਖਾ ਹੈ ਇਹਨਾਂ ਦਿਨਾਂ ਦੇ ਵਿੱਚ ਕੰਮ ਕਰਨਾ। ਸੋ ਇਹ ਇੱਕ ਕੁਦਰਤ ਦੀ ਕਰੋਪੀ ਆ, ਸਾਨੂੰ ਸਾਰਿਆਂ ਨੂੰ ਇਸ ਦਾ ਸਾਥ ਦੇਣਾ ਚਾਹੀਦਾ। ਬਾਕੀ ਰਹੀ ਗੱਲ ਕਾਰੋਬਾਰ ਦੀ, ਕਾਰੋਬਾਰ
ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਇਸ ਔਖੀ ਘੜੀ ਦੇ ਵਿੱਚ ਕਟੌਤੀ ਆਈ ਹੈ, ਕਿਉਂਕਿ ਹਰ ਨਾਗਰਿਕ ਜਿਹੜਾ ਬਜ਼ੁਰਗ ਆ ਉਹ ਘਰੋਂ ਨਿਕਲ ਕੇ ਖੁਸ਼ ਨਹੀਂ ਗਾ ਇਸ ਔਖੀ ਘੜੀ ਦੇ ਵਿੱਚ, ਜਦ ਕਿ ਜਿਹੜੀ ਆਮ ਬਿਜ਼ਨਸ ਹੁੰਦਾ ਸੁਪਰ ਮਾਰਕੀਟ ਦਾ ਜਾਂ ਦੁਕਾਨਾਂ ਦਾ, ਉਹ ਬਜ਼ੁਰਗਾਂ ਦੇ ਘਰੋਂ ਨਿਕਲ ਕੇ ਸੌਦਾ ਖਰੀਦਣਗੇ ਤੇ ਤਾਂ ਹੀ ਰੋਜੀ ਰੋਟੀ ਚੱਲੇਗੀ ਉਹਨਾਂ ਦੇ। ਅਗਰ ਉਹ ਘਰੇ ਬੈਠੇ ਰਹਿਣਗੇ ਤਾਂ ਕਿਸ ਤਰ੍ਹਾਂ ਬਹੁਤ ਜ਼ਿਆਦਾ ਮੁਸ਼ਕਲ ਆਵੇਗੀ। ਜਿਹੜੇ ਛੋਟੇ ਬਿਜ਼ਨਸ ਨੇ, ਮਿਨੀ ਸੁਪਰ ਮਾਰਕੀਟਸ ਨੇ, ਉਹਨਾਂ ਵਾਸਤੇ ਇਹ ਮੁਸ਼ਕਲ ਦੀ ਘੜੀ ਆ, ਤੇ ਫੈਕਟਰੀਆਂ ਵਾਸਤੇ ਵੀ ਮੁਸ਼ਕਲ ਦੀ ਘੜੀ, ਜਿਹੜੇ ਮਜ਼ਦੂਰ ਆ ਉਹਨਾਂ ਦੇ ਵਾਸਤੇ ਵੀ ਆ, ਕਿਉਂਕਿ ਕਾਫੀ ਕੰਮ ਜਿਹੜੇ ਆ ਬਿਜ਼ਨਸ ਆ ਬੰਦ ਹੋ ਚੁੱਕੇ ਆ ਇਸ ਟਾਈਮ ਤੇ ਸਪੇਨ ਅੰਦਰ, ਤੇ ਉਹਦੇ ਨਾਲ ਬਹੁਤ ਹੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੇ ਯੂਰਪ ਨੂੰ। ਇਕੱਲੇ ਸਪੇਨ ਦੀ ਨਹੀਂ ਮੈਂ ਗੱਲ ਕਰ ਰਿਹਾ, ਪੂਰਾ ਯੂਰਪ ਹੀ ਇਸ ਟਾਈਮ ਤੇ ਬੇਰੁਜ਼ਗਾਰੀ ਦੇ ਹਾਲਾਤਾਂ ਦੇ ਵਿੱਚ ਨਿਕਲ ਰਿਹਾ। ਤੇ ਮੈਂ ਇਹ ਵੀ ਅਪੀਲ ਕਰਾਂਗਾ ਪੂਰੇ ਪੰਜਾਬੀਆਂ ਨੂੰ ਕਿ ਅਗਰ ਤੁਸੀਂ ਜਿਹੜੇ ਪੰਜਾਬ ਵਸਦੇ ਪੰਜਾਬੀ ਨੇ ਆਪਣੇ ਹਿੰਦੁਸਤਾਨ ਦੇ, ਉਹਨਾਂ ਨੂੰ ਮੈਂ ਇਹ ਵੀ ਅਪੀਲ ਕਰਾਂਗਾ, ਅਗਰ ਤੁਸੀਂ ਸਪੇਨ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਸੋਚ ਸਮਝ ਕੇ ਆਉਣਾ ਪਵੇਗਾ। ਫਿਲਹਾਲ ਤੇ ਕੋਈ ਫਲਾਈਟ ਤੁਹਾਨੂੰ, ਕੋਈ ਐਮਬੈਸੀ ਇਸ ਟਾਈਮ ਤੇ ਤੁਹਾਨੂੰ ਇਜਾਜ਼ਤ ਨਹੀਂ ਦੇਗੀ ਆਉਣ ਦੇ ਵਾਸਤੇ। ਅਗਰ ਤੁਸੀਂ 2 ਨੰਬਰ ਦੇ ਵਿੱਚ ਏਜੰਟਾਂ ਦੇ ਥਰੂ ਅਗਰ ਤੁਸੀਂ ਪੈਸੇ ਖਰਾਬ ਕਰਨੇ ਆ, ਤਾਂ ਮੈਂ ਵੀ ਇਹੀ ਅਪੀਲ ਕਰਾਂਗਾ, ਏਜੰਟ ਵੀ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਪ੍ਰਦੇਸ਼ਾਂ ਦੇ ਵਿੱਚ ਨਹੀਂ ਭੇਜ ਸਕਦੇ। ਸੋ ਮੇਰੀ ਇਹੀ ਬੇਨਤੀ ਹੈ, ਕਿਸੇ ਵੀ ਏਜੰਟ ਦੀ ਧੋਖਾਧੜੀ ਦੇ ਵਿੱਚ ਨਾ ਆਓ, ਕਿਸੇ ਵੀ ਏਜੰਟ ਨੂੰ ਪੈਸੇ ਦੇ ਕੇ ਆਪਣੇ ਪੈਸੇ ਖਰਾਬ ਨਾ ਕਰੋ। ਉਹ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਕਿਤੇ ਵੀ ਕੈਨੇਡਾ, ਅਮਰੀਕਾ, ਸਪੇਨ, ਯੂਰਪ ਕਿਤੇ ਵੀ ਨਹੀਂ ਭੇਜ ਸਕਦੇ। ਇਸ ਟਾਈਮ ਤੇ ਜਿਨ੍ਹਾਂ ਦੇ ਕੋਲ ਪੇਪਰ ਨੇ ਉਹਨਾਂ ਨੂੰ ਵੀ ਆਉਣ ਦੇ ਵਿੱਚ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਗੇ, ਨਵੇਂ ਵਿਜੇ ਆ, ਉਹਨਾਂ ਵਾਸਤੇ ਤੇ ਤੁਸੀਂ ਭੁੱਲ ਹੀ ਜਾਓ। ਇਸ ਕਰਕੇ ਮੇਰੀ ਇਹ ਵੀ ਅਪੀਲ ਆ, ਏਜੰਟਾਂ ਨੂੰ ਵੀ ਅਪੀਲ ਆ ਕਿ ਕਿਸੇ ਨੂੰ ਵੀ ਧੋਖੇ ਦੇ ਵਿੱਚ ਨਾ ਰੱਖਿਆ ਜਾਵੇ, ਕਿਸੇ ਦੇ ਵੀ ਪਾਸਪੋਰਟ ਪੈਸੇ ਨਾ ਲਵੋ। ਇਸ ਔਖੀ ਘੜੀ ਦੇ ਵਿੱਚ ਹਰੇਕ ਨੂੰ ਪੈਸੇ ਦੀ ਜ਼ਰੂਰਤ ਆ, ਕਮਾਈਆਂ ਦੇ ਸਾਧਨ ਘਟ ਗਏ ਆ, ਇਸ ਲਈ ਆਪਣੇ ਪੈਸੇ ਏਜੰਟਾਂ ਨੂੰ ਦੇ ਕੇ ਖਰਾਬ ਕਰਨ ਦੀ ਬਜਾਏ ਉਹਨਾਂ ਪੈਸਿਆਂ ਦਾ ਕੁਝ ਰੁਜ਼ਗਾਰ ਕਰੋ, ਉਸ ਰੁਜ਼ਗਾਰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਆਉਣ ਵਾਲੇ, ਅਗਰ ਲੋਕਡਾਊਨ ਖੁੱਲ੍ਹ ਵੀ ਜਾਂਦਾ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਨੇ, ਨਵਿਆਂ ਵਾਸਤੇ ਵੀ ਤੇ ਪੁਰਾਣਿਆਂ ਜਿਹੜੇ ਇੱਥੇ ਵਸਨੀਕ ਆ ਉਹਨਾਂ ਵਾਸਤੇ ਵੀ, ਜਿਨ੍ਹਾਂ ਦੇ ਕੰਮ ਛੁੱਟ ਚੁੱਕੇ ਆ, ਮਿਲਣੇ ਦੁਬਾਰਾ ਬਹੁਤ ਔਖੇ ਨੇ। ਇੱਥੇ ਐਸੇ ਪਰਿਵਾਰ ਵੀ ਮੈਂ ਦੇਖੇ ਨੇ ਜਿਹੜੇ ਬਿਲਕੁਲ ਪੱਕੇ ਨੇ, ਪਿਛਲੇ 10-20 ਸਾਲ ਤੋਂ ਯੂਰਪਾਂ 'ਚ ਰਹਿ ਰਹੇ ਨੇ, ਇਸ ਟਾਈਮ ਤੇ ਰੋਟੀ ਤੋਂ ਮੁਤਾਜ ਨੇ। ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਵੀਰ ਸਪੇਨ ਵਿੱਚ ਆਉਣ ਦੀ ਬਜਾਏ ਉੱਥੇ ਆਪਣੇ ਘਰੇ ਬੈਠ ਕੇ ਰੁੱਖੀ ਮਿੱਸੀ ਖਾ ਲਓ। ਯੂਰਪ ਦੇ ਵਿੱਚ ਜਾਂ ਕੈਨੇਡਾ, ਅਮਰੀਕਾ, ਕਿਸੇ ਵੀ ਕੰਟਰੀ ਦੇ ਵਿੱਚ ਆਉਣ ਨਾਲੋਂ ਫਿਲਹਾਲ ਤਾਂ ਆਪਣੇ ਘਰੇ ਬੈਠੋ। ਇਸ ਬਿਮਾਰੀ ਦੇ ਨਾਲ ਕਿਵੇਂ ਨਿਪਟਣਾ ਹੈ ਇਹਦੇ ਬਾਰੇ ਸੋਚੋ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪੈਸੇ ਨਾ ਖਰਾਬ ਕਰੋ, ਤੇ ਰੋਟੀ ਤੋਂ ਵੀ ਮੁਹਤਾਜ ਨੇ ਬਹੁਤ ਸਾਰੇ ਲੋਕ ਜਿਹੜੇ ਅੱਜ 10-10 ਸਾਲ 15-15 ਸਾਲ ਹੋ ਗਏ ਜਿਨ੍ਹਾਂ ਨੂੰ ਭਾਜੀ ਹੁਣਾਂ ਨੇ ਇਹ ਗੱਲ ਦੱਸੀ ਆ। ਤੇ ਇੱਕ ਜਾਈਦਾ ਇੱਕ ਉਹ ਸ਼ਹਿਰ ਆ ਜਦੋਂ ਹੁਣ ਸਪੇਨ ਦੇ ਵਿੱਚ ਲੋਕਡਾਊਨ ਖਤਮ ਹੋਇਆ ਸੀ। ਲੋਕਡਾਊਨ ਖਤਮ ਹੋਣ ਤੋਂ ਬਾਅਦ ਦੁਬਾਰਾ ਫਿਰ ਸਪੇਨ ਦੇ ਕੁਝ ਹਿੱਸਿਆਂ ਦੇ ਵਿੱਚ ਫਿਰ ਦੁਬਾਰਾ ਗੌਰਮੈਂਟ ਨੇ, ਸਰਕਾਰ ਨੇ ਫਿਰ ਦੁਬਾਰਾ ਤੋਂ ਉਹਨਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ, ਤੇ ਜਿਹਦੇ ਵਿੱਚ ਇੱਕ ਜਾਈਦਾ ਏਰੀਆ ਵੀ ਭਾਜੀ ਹੁਣਾਂ ਦਾ ਪੈਂਦਾ ਆ, ਜਿੱਥੇ ਕਰੋਨਾ ਦੇ ਮਰੀਜ਼ ਜਿਹੜੇ ਆਪਣੇ ਕੁਝ ਪੰਜਾਬੀ ਵੀ ਸੀ, ਜਿਨ੍ਹਾਂ ਦੇ ਹਸਪੀਟਲ ਪਹੁੰਚਾਉਣ ਵਿੱਚ ਇਹਨਾਂ ਨੇ ਸਾਡੀ ਮਦਦ ਕੀਤੀ ਆ, ਕਿਉਂਕਿ ਵੀਰ ਖਾਲਸਾ ਗਰੁੱਪ ਦੇ ਨਾਲ ਇਹ ਜੁੜੇ ਹੋਏ ਆ। ਤੇ ਵੀਰ ਖਾਲਸਾ ਗਰੁੱਪ ਪੰਜਾਬੀਆਂ ਲਈ ਇਸ ਵੇਲੇ ਪੂਰੇ ਸਪੇਨ ਦੇ ਵਿੱਚ ਮਸੀਹੇ ਤੋਂ ਘੱਟ ਨਿਗਾ ਕਿ ਪੰਜਾਬੀਆਂ ਵਾਸਤੇ ਰਾਸ਼ਨ ਤੋਂ ਇਲਾਵਾ ਹੋਰ ਵੀ ਚੀਜ਼ਾਂ ਜਿਹੜੀਆਂ ਘਰ ਘਰ ਤੱਕ ਪਹੁੰਚਾ ਰਿਹਾ ਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੀਮੇ ਭਾਈ ਦਾ, ਜੋ ਸਾਡੇ ਕੋਲ ਚੱਲ ਕੇ ਆਇਆ, ਪੰਜਾਬੀ ਲੋਕ ਚੈਨਲ ਦੀ ਟੀਮ ਜੋ ਜਰੋਨਾ ਆਈ ਆ। ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਜੀ ਮੱਖਣ ਸਿੰਘ ਜੀ ਗੋਲੀਆਂ, ਜੋ ਸਾਡੇ ਬਹੁਤ ਹੀ ਸਤਿਕਾਰਯੋਗ। ਪਿੱਛੇ ਜੇ ਆਪਾਂ ਇਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ, ਜਿਹਦੇ ਵਿੱਚ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ 3 ਵਾਰੀ ਡਿਪੋਰਟ ਹੋਏ, 1 ਨਾ 2 3 ਵਾਰੀ ਡਿਪੋਰਟ ਹੋਏ, ਤੀਜੀ ਵਾਰੀ ਪਹੁੰਚੇ। ਤੇ ਇਹਨਾਂ ਨੇ ਕੁਛ ਇਹਨਾਂ ਦੇ ਵਿੱਚ ਸਟੋਰੀ ਦਾ ਜਿਹੜਾ ਹਿੱਸਾ ਆ ਉਹ ਅਧੂਰਾ ਰਹਿ ਗਿਆ। ਤਾਂ ਬਹੁਤ ਸਾਰੀ ਸੰਗਤ ਜਾਣਨਾ ਚਾਹੁੰਦੀ ਸੀਗੀ ਕਿ ਇਹ ਹੁਣ ਕਿੱਦਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਕਿੱਦਾਂ ਇਹਨਾਂ ਨੇ ਗਾਂਹ ਅੱਗੇ ਜ਼ਿੰਦਗੀ ਕੱਢੀ ਆ। ਤੇ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੱਖਣ ਸਿੰਘ ਜੀ, ਤੁਸੀਂ ਪਿੱਛੇ ਜੇ ਸਾਡੇ ਨਾਲ ਪੰਜਾਬੀ ਲੋਕ ਚੈਨਲ 'ਤੇ ਤੁਸੀਂ ਇੰਟਰਵਿਊ ਕੀਤੀ ਸੀ, ਜਿਹਦੇ ਵਿੱਚ ਆਪਣੀ ਜ਼ਿੰਦਗੀ ਬਾਰੇ ਤੁਸੀਂ ਦੱਸਿਆ ਸੀਗਾ। ਤੇ ਅੱਜ ਦੇ ਨੌਜਵਾਨ ਜਿਹੜੇ ਪੰਜਾਬ ਤੋਂ ਆਉਣਾ ਚਾਹੁੰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਕੁਛ ਸਿੱਖਣ, ਕੁਛ ਹੁਨਰ ਸਿੱਖਣ, ਜਿਹੜੀਆਂ ਚੀਜ਼ਾਂ ਜਿਹੜੇ ਤੁਸੀਂ ਆ ਕੇ ਇੱਥੇ ਆ ਕੇ ਧੱਕੇ ਖਾਧੇ ਆ ਉਹਨਾਂ ਨੂੰ ਨਾ ਖਾਣੇ ਪੈਣ। ਜੇ ਕੱਲ੍ਹ ਨੂੰ ਲੋਕਡਾਊਨ ਖੁੱਲ੍ਹਦਾ ਆ ਅਤੇ ਹਾਲਾਤ ਫਿਰ ਠੀਕ ਹੁੰਦੇ ਆ, ਕੀ ਕਰਨਾ ਚਾਹੀਦਾ ਆ, ਕੀ ਕੰਮ ਕਰਨਾ ਚਾਹੀਦਾ, ਕਿਹਦੇ ਕਰਕੇ ਉਹਨਾਂ ਨੂੰ ਧੱਕੇ ਨਾ ਖਾਣੇ ਪੈਣ, ਜਿਹੜੇ ਧੱਕੇ ਤੁਹਾਨੂੰ ਜਿਹੜੇ ਆ ਉਹ ਖਾਣੇ ਪਏ ਆ?
ਹਾਂਜੀ ਦੇਖੋ ਜੀ, ਜਿੱਦਾਂ ਭਾਜੀ ਹੁਣੀ ਪਹਿਲਾਂ ਦੱਸਿਆ ਹੀ ਆਪਣੇ ਚੀਮਾ ਭਾਜੀ ਹੁਣੀ ਦੱਸਿਆ ਹੀ ਆ ਕਿ ਫਿਲਹਾਲ ਹਜੇ ਤਾਂ ਜਿੱਦਾਂ ਲੋਕਡਾਊਨ ਚੱਲਣ ਡਿਆ ਸਾਰੇ ਪਾਸੇ ਨਾ, ਤੇ ਇੱਥੇ ਆ ਕੇ ਕੋਈ ਫਾਇਦਾ ਹੀ ਨਹੀਂ। ਦੇਖੋ ਜੀ, ਹਰ ਬੰਦਾ ਆਪਣੀ ਆਪਣੀ ਮੁਸੀਬਤ ਦੇ ਵਿੱਚ ਫਸਿਆ ਆ, ਤੇ ਆਪਣੀ ਆਪਣੀ ਮੁਸੀਬਤ ਦੇ ਵਿੱਚ ਫਸਿਆ, ਤੇ ਆਉਣ ਦਾ ਹਜੇ ਕੋਈ ਫਾਇਦਾ ਹੀ ਨਹੀਂ। ਬਾਕੀ ਕੰਮ ਸਿੱਖਣ ਦੀ ਗੱਲ ਆ, ਜਿਸ ਬੰਦੇ ਕੋਲ ਹੁਨਰ ਆ ਉਹ ਕਿਤੇ ਵੀ ਧੋਖਾ ਨਹੀਂ ਖਾਊਗਾ। ਜਿੱਦਾਂ ਅਸੀਂ ਪਿੰਡੋਂ ਖੇਤੀ ਕਰਦੇ ਆਏ ਆ ਤੇ ਹੁਨਰ ਕੋਈ ਹੱਥ 'ਚ ਹੈ ਨਹੀਂ ਸੀ, ਇੱਥੇ ਆ ਕੇ ਫਿਰ ਹੁਨਰ ਸਿੱਖਿਆ। ਮਤਲਬ ਕੋਈ ਵੀ ਕੰਮ ਹੋ ਗਿਆ, ਜਿੱਦਾਂ ਰਾਜ ਮਿਸਤਰੀ ਦਾ ਇੱਦਾਂ ਦੇ ਕੰਮ ਕੋਈ ਬੰਦਾ ਸਿੱਖ ਕੇ ਆਵੇ ਜਾਂ ਹੋਰ ਕੰਮ ਕੋਈ ਸਿੱਖ ਕੇ ਆਵੇ ਤਾਂ ਵਧੀਆ, ਤੇ ਇੱਥੇ ਆ ਕੇ ਉਹ ਬੰਦਾ ਕਾਮਯਾਬ ਛੇਤੀ ਹੋ ਜਾਂਦਾ। ਨਹੀਂ ਤਾਂ ਫਿਰ ਪਹਿਲਾਂ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ, ਉਹਨਾਂ ਦੇ ਅੱਗੇ ਕੰਮ ਹੀ ਕਰਨਾ ਪੈਂਦਾ ਆ। ਕੋਈ ਨਾ ਕੋਈ ਜਿੱਦਾਂ ਮਕੈਨੀਕਲ ਦਾ ਜਾਂ ਹੋਰ ਕੋਈ ਵੀ ਹੁਨਰ ਹੋਣਾ ਚਾਹੀਦਾ, ਉਹ ਸਾਰਿਆਂ ਤੋਂ ਵਧੀਆ ਹੈ। ਜੇ ਵੀ ਕੋਈ ਵੀ ਵੀਰ ਆਉਣਾ ਚਾਹੁੰਦਾ ਆ, ਫਿਲਹਾਲ ਤਾਂ ਕੋਈ ਨਹੀਂ ਹਜੇ, ਇੱਦਾਂ ਦਾ ਲੋਕਡਾਊਨ ਦਾ ਸਮਾਂ ਆ। ਤੁਸੀਂ ਆਪ ਦੇਖ ਲਓ ਵੀ ਸਾਰੇ ਪਾਸੇ ਕੀ ਹਾਲ ਆ, ਸਾਰੇ ਮੁਲਕਾਂ ਦੇ ਵਿੱਚ ਕੀ ਹਾਲ ਆ ਨਾ, ਇੰਡੀਆ ਦੇ ਵਿੱਚ ਵੀ ਕੀ ਹਾਲ ਆ। ਜੇ ਕੋਈ ਇੰਡੀਆ ਤੋਂ ਆਉਣਾ ਚਾਹੁੰਦਾ, ਫਿਲਹਾਲ ਹਜੇ ਕੋਈ ਨਾ ਆਵੇ। ਜੇ ਗਾਹਾਂ ਤੋਂ ਹਾਲਾਤ ਸੁਧਰਦੇ ਆ, ਕੋਈ ਆਉਣਾ ਚਾਹੁੰਦਾ ਹੈ ਮੇਰਾ ਵੀਰ ਹੈ ਨਾ, ਤਾਂ ਪਲੀਜ਼ ਉਹਦੇ ਕੋਲ ਜਿਹੜਾ ਹੁਨਰ ਉਹ ਹੋਣਾ ਬਹੁਤ ਜ਼ਰੂਰੀ ਆ। ਕਿਸੇ ਵੀ ਚੀਜ਼ ਦਾ ਜਿਹੜਾ ਹੁਨਰ ਆ ਹੋਣਾ ਜ਼ਰੂਰੀ ਆ, ਤੇ ਤਾਂ ਹੀ ਉਹ ਬਹੁਤ ਛੇਤੀ ਆ ਕੇ ਕਾਮਯਾਬ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਲੱਗਾ ਕਿ ਕੁਛ ਤੁਸੀਂ ਇਹੋ ਜਿਹਾ ਕੰਮ ਸਿੱਖਿਆ ਹੁੰਦਾ ਕਿ ਤੁਹਾਨੂੰ ਹੋਰ ਸਟਰਗਲ ਕਰਨ ਦੇ ਵਿੱਚ ਜਿਹੜੀ ਆ ਉਹ ਤਰੱਕੀ ਕਰਨ ਦੇ ਵਿੱਚ ਛੇਤੀ ਤੁਸੀਂ ਤਰੱਕੀ ਕਰ ਸਕਦੇ। ਕੋਈ ਇਹੋ ਜਿਹਾ ਕੰਮ ਜਿਹੜਾ ਤੁਸੀਂ ਇੱਥੇ ਬਹੁਤ ਹੀ ਜ਼ਿਆਦਾ ਹੁੰਦਾ ਹੋਵੇ, ਜਿਹੜਾ ਅੱਜ ਕੱਲ੍ਹ ਜਿਹਨੇ ਬਾਹਰ ਨੂੰ ਸੁਪਨਾ ਕੋਈ ਦੇਖਦਾ ਬਾਹਰ ਦਾ, ਉਹਨੂੰ ਸਿੱਖਣਾ ਚਾਹੀਦਾ, ਉਹਦੇ ਬਾਰੇ ਕੁਛ ਦੱਸੋਗੇ? ਹਾਂਜੀ ਹਾਂਜੀ, ਜਿੱਦਾਂ ਜੇ ਕੰਮ ਭਾਜੀ ਸਿੱਖਿਆ ਹੋਵੇ ਤਾਂ ਬਹੁਤ ਵਧੀਆ ਗੱਲ ਆ। ਜਿੱਦਾਂ ਇਲੈਕਟ੍ਰੀਸ਼ੀਅਨ ਦਾ ਕੰਮ ਆ ਹੈ ਨਾ, ਬਿਜਲੀ ਦਾ ਕੰਮ ਜਿੱਦਾਂ ਆਪਾਂ ਪੰਜਾਬੀ ਕਹਿੰਦੇ, ਜੇ ਮੰਨ ਲਓ ਉਹ ਆਉਂਦਾ ਹੋਵੇ ਤਾਂ ਬਹੁਤ ਛੇਤੀ ਬੰਦਾ ਇੱਥੇ ਆ ਕੇ, ਹੋਰ ਵੀ ਜਿੱਦਾਂ ਫਰਾਂਸ ਦੇ ਵਿੱਚ ਜਾਂ ਕਿਤੇ ਵੀ ਯੂਰਪ ਦੇ ਵਿੱਚ ਆ ਕੇ ਤਾਂ ਬਹੁਤ ਛੇਤੀ ਉਹ ਬੰਦਾ ਸਟਰਗਲ ਕਰ ਸਕਦਾ ਹੈ ਨਾ, ਛੇਤੀ ਜਿੱਦਾਂ ਤਰੱਕੀ ਕਰ ਸਕਦਾ। ਪਰ ਜੇ ਆਉਂਦਾ ਹੀ ਨਹੀਂ ਤਾਂ ਪਹਿਲਾਂ ਸਾਰਾ ਕੁਛ ਹੱਥੀਂ ਕਰਨਾ ਸਿੱਖਣਾ, ਉਹਦੇ ਨਾਲ ਫਿਰ ਸਮਾਂ ਬਹੁਤ ਖਰਾਬ ਹੁੰਦਾ ਅਤੇ ਪੈਸੇ ਵੀ ਥੋੜ੍ਹੇ ਮਿਲਦੇ। ਜੇ ਬੰਦਾ ਕਾਰੀਗਰ ਆ ਤਾਂ ਆਉਂਦਾ ਹੀ ਫਿਰ ਕਾਰੀਗਰ ਦੇ ਹਿਸਾਬ ਨਾਲ ਹੀ ਆ ਸਾਰਾ ਕੁਛ, ਅਤੇ ਉਹਨੂੰ ਮਿਲਦਾ। ਫਰਕ ਤਾਂ ਹੈਗਾ ਜੀ, ਇੱਕ ਕੰਮ ਸਿੱਖਿਆ ਕਿਤੇ ਨਾ ਸਿੱਖਿਆ ਹੋਇਆ ਤਾਂ। ਅਤੇ ਜੋ ਵੀ ਵੀਰ ਆਉਣਾ ਚਾਹੁੰਦਾ, ਪਲੀਜ਼ ਕੋਈ ਨਾ ਕੋਈ ਹੱਥੀਂ ਹੁਨਰ ਜ਼ਰੂਰ ਸਿੱਖਿਆ ਹੋਵੇ। ਪਰ ਹਜੇ ਆਉਣ ਦਾ ਜਾਣੀ ਹਾਲਾਤ ਹੈ ਨਹੀਂ ਗੇ। ਜਦੋਂ ਸਮਾਂ ਸੁਧਰਦਾ ਆ ਅਤੇ ਉਸ ਤੋਂ ਬਾਅਦ ਜਦੋਂ ਵੀ ਕਿਸੇ ਨੇ ਆਉਣਾ ਤਾਂ ਕੋਈ ਨਾ ਕੋਈ ਹੱਥੀਂ ਜਿਹੜਾ ਕੰਮ ਸਿੱਖ ਕੇ ਅਤੇ ਜ਼ਰੂਰ ਇਹ ਚੀਜ਼ ਹੋਣੀ ਚਾਹੀਦੀ ਭਾਈ। ਬਹੁਤ ਬਹੁਤ ਧੰਨਵਾਦ। ਕੁਛ ਕਹਿਣਾ ਚਾਹੁੰਦੇ ਪੰਜਾਬੀ ਲੋਕ ਚੈਨਲ? ਸਾਰੀ ਸਿੱਖ ਸਮਾਜ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇੱਥੇ ਆਏ, ਜਿੱਦਾਂ ਹੁਣ ਦੱਸਿਆ ਪਹਿਲਾਂ ਵੀ ਦੱਸਿਆ ਵੀ 3 ਵਾਰੀ ਜਿੱਦਾਂ ਰਿਪੋਰਟ ਉਹ ਗੱਲ ਕਰਦੇ ਸੀ, ਪਰ ਹੁਣ ਬਹੁਤ ਇੱਥੇ ਅਸੀਂ ਜਰੂਨੇ ਰਹਿੰਦੇ ਹਾਂ। ਸਾਰੀ ਸਿੱਖ ਸੰਗਤ ਨੇ, ਜਰੂਨੇ ਦੀ ਸੰਗਤ ਨੇ, ਅਤੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਬੜਾ ਹੀ ਦਿਲ ਦੇ ਨਾਲ ਸਾਰਿਆਂ ਨੇ ਲਾਇਆ। ਸਾਰੇ ਆਪਣੇ ਵੀਰ ਆ ਜਿੱਦਾਂ ਬੈਠੀ ਦਾ, ਉਹਨਾਂ ਨਾਲ ਵਿਚਰੀ ਦਾ ਬਹੁਤ ਧੰਨਵਾਦ ਕਰਦੇ ਸਾਰੇ। ਬਹੁਤ ਮਾਣਯੋਗ ਆ ਸਾਰੇ ਸਾਡੇ ਜਰੂਨੇ ਦੀ ਸਿੱਖ ਸੰਗਤ, ਅਤੇ ਬਹੁਤ ਵੱਡਾ ਮਾਣ ਬਖਸ਼ਿਆ ਮੈਨੂੰ ਨਹੀਂ। ਅਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ। ਬਾਕੀ ਤਾਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਚਾਹੁੰਦਾ ਹਾਂ ਜੀ ਕਿ ਮੱਖਣ ਸਿੰਘ ਜੀ ਗੋਲੀਆਂ ਨਾ ਹੀ ਕਿ ਇਕੱਲਾ ਇੱਥੇ ਬਾਹਰਲੇ ਮੁਲਕ 'ਚ ਆ ਕੇ ਇਹਨਾਂ ਨੇ ਆਪਣਾ ਤਕੜਾ ਬਿਜ਼ਨਸ ਸੈੱਟ ਕੀਤਾ ਆ, ਨਾਲ ਇੱਕ ਬਹੁਤ ਹੀ ਵਧੀਆ ਸਮਾਜ ਸੇਵਕ ਆ। ਇਹਨਾਂ ਨੇ ਆਪਣੇ ਇਲਾਕੇ ਕੀ ਆਪਣੇ ਜ਼ਿਲ੍ਹੇ ਦੇ ਵਿੱਚ, ਗੋਰਿਆਂ ਦੇ ਵਿੱਚ ਵੀ ਇੱਥੇ ਨਾਂ ਚੰਗਾ ਬਣਾਇਆ ਆ, ਕਿਉਂਕਿ ਇਹਨਾਂ ਨੇ ਇੱਥੇ ਪੂਰੇ ਏਰੀਏ ਦੇ ਵਿੱਚ ਲੋਕਡਾਊਨ ਦੇ ਦੌਰਾਨ ਸਪੇਨ ਗੌਰਮੈਂਟ ਦੇ ਨਾਲ ਰਲ ਕੇ, ਇੱਥੋਂ ਦੇ ਸਰਕਾਰੀ ਅਦਾਰੇ ਦੇ ਨਾਲ ਰਲ ਕੇ ਸੇਵਾਵਾਂ ਕੀਤੀਆਂ, ਜਿਹਦੇ ਵਿੱਚ ਹੌਸਪੀਟਲ ਦੀਆਂ ਸੇਵਾਵਾਂ ਸੀ, ਜਿਹਦੇ ਵਿੱਚ ਇੱਥੋਂ ਦੇ ਨਗਰ ਨਿਗਮ ਦੇ ਨਾਲ ਰਲ ਕੇ ਸੇਵਾਵਾਂ ਕੀਤੀਆਂ। ਇਹ ਬਹੁਤ ਹੀ ਵਧਾਈ ਦੇ ਪਾਤਰ ਆ। ਅਤੇ ਅੱਜ ਸਾਨੂੰ ਇਹਨਾਂ ਗੱਲਾਂ 'ਤੇ ਫਖਰ ਹੋਣਾ ਚਾਹੀਦਾ ਕਿ ਕੁਛ ਪੰਜਾਬੀ ਇਹੋ ਜਿਹੇ ਵੀ ਆ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਸਮਾਜ ਸੇਵਕ, ਸਮਾਜ ਦੀਆਂ ਸੇਵਾਵਾਂ ਦੇ ਵਿੱਚ ਸਾਥ ਦਿੰਦੇ ਆ, ਸਮਾਜ ਦੇ ਵਿੱਚ ਕੁਛ ਇਹੋ ਜਿਹਾ ਕਰ ਰਹੇ ਆ। ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ, ਮੱਖਣ ਸਿੰਘ ਜੀ ਗੋਲੀਆਂ ਦਾ, ਜੋ ਇਸ ਵੇਲੇ ਸਪੇਨ ਦੇ ਵਿੱਚ ਕਿਸੇ ਹੀਰੋ ਤੋਂ ਘੱਟ ਨੇਗੇ, ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਗੁਰਦੁਆਰਾ ਵਿੱਚ ਪ੍ਰਬੰਧਕ ਕਮੇਟੀ ਦੇ ਵਿੱਚ ਮੁੱਖ ਸੇਵਾਦਾਰ ਦਾ ਰੋਲ ਵੀ ਨਿਭਾ ਰਹੇ ਆ, ਅਤੇ ਨਾਲ ਇੱਥੇ ਦੀ ਕਮਿਊਨਿਟੀ ਜਾਂ ਇੱਥੇ ਕਿਸੇ ਨੂੰ ਵੀ ਲੋੜ ਹੋਵੇ ਵੱਧ ਚੜ੍ਹ ਕੇ ਸਾਥ ਦਿੰਦੇ ਆ। ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਪੰਜਾਬੀ ਲੋਕ ਚੈਨਲ ਦੀ ਟੀਮ ਵੱਲੋਂ, ਕਿਉਂਕਿ ਅੱਜ ਇਹਨਾਂ ਨੇ ਸਾਡੇ ਕੋਲ ਆਏ, ਆਪਣਾ ਕੀਮਤੀ ਟਾਈਮ ਕੱਢਿਆ ਅਤੇ ਵਕਤ ਦਿੱਤਾ। ਅਤੇ ਆਓ ਮਿਲਦੇ ਹਾਂ। ਅਤੇ ਸਾਡੇ ਕੋਲ ਇੱਕ ਨਕੋਦਰ ਸ਼ਹਿਰ ਦੇ ਲਾਗੇ, ਸ਼ਹਿਰ ਤੋਂ, ਪਿੰਡ ਤੋਂ ਬਹੁਤ ਹੀ ਵਧੀਆ ਸ਼ਖਸੀਅਤ ਜਿਹਨੂੰ ਕਹਿ ਸਕਦੇ ਹਾਂ, ਹਰਮਨ, ਜਿਸ ਨੂੰ ਸਪੇਨ ਦੇ ਵਿੱਚ ਅਲੋਟ ਦੇ ਨਾਂ 'ਤੇ ਜਾਣਿਆ ਜਾਂਦਾ, ਹਰਮਨ ਅਲੋਟ। ਕਿਕਰ ਉਹ ਨੌਜਵਾਨ ਹੈ ਜੇ ਕਾਫੀ ਟਾਈਮ ਤੋਂ, ਜਿਸ ਨੇ ਸਮਾਜ ਸੇਵਾ ਦੇ ਵਿੱਚ ਕਾਫੀ ਸੇਵਾਵਾਂ ਕੀਤੀਆਂ ਵਾ, ਨਾ ਹੀ ਕਿ ਸਪੇਨ ਦੇ ਵਿੱਚ
ਕਿ ਅਕਸਰ ਕਿਸੇ ਨਾ ਕਿਸੇ ਨੂੰ ਲੋੜ ਵੇਲੇ ਉਹਨਾਂ ਦੇ ਨਾਲ ਵੀ ਖੜਾਉਂਦੇ ਰਹੇ ਆ, ਜਾਂ ਕਿਸੇ ਨੂੰ ਅਨਲੀਗਲ ਨੂੰ ਪੇਪਰ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ, ਜਾਂ ਕਿਸੇ ਨੂੰ ਇੰਡੀਆ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਆ, ਜਾਂ ਕਿਤੇ ਵੀ ਆਉਂਦੀ ਆ, ਤਾਂ ਵੱਧ ਚੜ੍ਹ ਕੇ ਉਹਨਾਂ ਦਾ ਸਾਥ ਦਿੰਦੇ ਆ। ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬੀ ਲੋਕ ਚੈਨਲ ਦੀ ਟੀਮ ਵੱਲੋਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਸਾਡੇ ਕੋਲ ਇੱਥੇ ਆਏ ਹਾਂ, ਅਤੇ ਅਸੀਂ ਵੀ ਇੱਥੇ ਪਹੁੰਚੇ ਹਾਂ। ਅਤੇ ਕਾਫੀ ਸੇਵਾਵਾਂ ਤੁਸੀਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਪਹਿਲਾਂ ਤੋਂ ਕਰਦੇ ਆ ਰਹੇ, ਇੱਥੇ ਵੀ ਕਰਦੇ ਆ ਰਹੇ ਆ, ਅਤੇ ਉਹਨਾਂ ਬਾਰੇ ਕੁਛ ਨਾ ਕੁਛ ਜਾਣਕਾਰੀ ਜ਼ਰੂਰ ਦਿਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦੀ ਆਪ ਜੀ ਦੇ ਆ ਜੀ, ਤੁਸੀਂ ਸਾਨੂੰ ਇਸ ਕਾਬਲ ਸਮਝਿਆ, ਸੰਗਤਾਂ ਦੇ ਸਨਮੁਖ ਹੋਣ ਦਾ ਸਾਨੂੰ ਮੌਕਾ ਦਿੱਤਾ ਜੀ। ਸੇਵਾਵਾਂ ਦੀ ਗੱਲ ਜੀ, ਜਿੱਦਾਂ ਕਿ ਪਿਛਲੇ ਲਗਭਗ 5 ਮਹੀਨੇ ਦੇ ਸਪੇਨ ਦੇ ਵਿੱਚ ਲੋਕਡਾਊਨ ਚੱਲ ਰਿਹਾ ਸੀਗਾ, ਹੁਣ ਥੋੜ੍ਹੀਆਂ ਬਹੁਤੀਆਂ ਇੱਥੇ ਗੁੰਜਾਇਸ਼ਾਂ ਮਿਲੀਆਂ, ਲੋਕਾਂ ਨੂੰ ਖੁੱਲ੍ਹ ਮਿਲੀ ਆਉਣ ਜਾਣ ਦੇ, ਲੋਕ ਬਾਹਰ ਜਾ ਸਕਦੇ ਆ। ਪਿਛਲੇ 5 ਮਹੀਨੇ ਤੋਂ ਸਪੇਨ ਵਿੱਚ ਲਗਾਤਾਰ ਵੀਰ ਖਾਲਸਾ ਵੱਲੋਂ ਆਪਣੀਆਂ ਸੇਵਾਵਾਂ ਜਾਰੀ ਆ, ਅਤੇ ਇਸ ਤੋਂ ਇਲਾਵਾ ਇੰਡੀਆ ਵਿੱਚ ਪੰਜਾਬ ਦੇ ਵਿੱਚ ਵੀ ਸਪੈਸ਼ਲੀ ਵੀਰ ਖਾਲਸਾ ਵੱਲੋਂ ਆਪ ਜੀ ਦੇ ਸਹਿਯੋਗ ਨਾਲ ਅਸੀਂ ਸੇਵਾ ਕਰ ਰਹੇ ਹਾਂ। ਸੋ ਇੱਥੇ ਇੱਕ ਨਵਾਂ ਵਿਵਾਦ ਇਸ਼ੂ ਸ਼ੁਰੂ ਹੋਇਆ ਕਿ ਪੰਜਾਬ ਦੇ ਵਿੱਚ ਕੁਝ ਸਮਾਜ ਸੇਵਕ ਵੀਰ ਜਿਹੜੇ ਸੇਵਾ ਕਰ ਰਹੇ ਆ, ਉਹਨਾਂ ਉੱਪਰ ਕਾਫੀ ਕਿੰਤੂ ਪ੍ਰੰਤੂ ਹੋ ਰਹੀ ਆ। ਸੋ ਮੈਂ ਇੱਕ NRI ਹੋਣ ਦੇ ਨਾਤੇ ਇਹ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਵੀ ਸਮਾਜ ਸੇਵਾ ਕਰਦੇ ਆ। ਉੱਥੇ ਬਹੁਤ ਸਾਰੀਆਂ ਸੰਸਥਾਵਾਂ, ਮੈਂ ਕਿਸੇ ਸਪੈਸ਼ਲੀ ਇੱਕ ਟੀਮ ਨੂੰ ਜਾਂ ਇੱਕ ਕਿਸੇ ਦਾ ਨਿੱਜੀ ਤੌਰ 'ਤੇ ਨਾਂ ਨਹੀਂ ਲੈ ਰਿਹਾ, ਮੈਂ ਸਾਰਿਆਂ ਨੂੰ ਹੀ ਬੇਨਤੀ ਕਰ ਰਿਹਾ, ਜਿਹੜੇ ਵੀ NRI ਵੀਰ, ਮੈਂ ਖੁਦ ਇੱਕ NRI ਹਾਂ, ਮੈਂ ਕਾਫੀ ਸੰਸਥਾਵਾਂ ਨੂੰ ਤਾਂ ਪੈਸੇ ਭੇਜਦਾ ਹਾਂ, ਹੁਣ ਵੀ ਭੇਜਦਾ ਹਾਂ। ਵੀਰ ਖਾਲਸਾ ਤੋਂ ਇਲਾਵਾ ਕੋਈ ਬਹੁਤ ਸੰਸਥਾਵਾਂ ਹੈਗੀਆਂ ਆ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ 'ਤੇ ਪੈਸੇ ਭੇਜਦਾ ਹਾਂ, ਮੰਥਲੀ 2 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ, 6 ਮਹੀਨੇ ਬਾਅਦ। ਹੋਰ ਬਹੁਤ ਸਾਰੇ ਵੀਰ ਇਹੋ ਜਿਹੇ ਹੈਗੇ ਆ ਯੂਰਪ ਦੇ ਵਿੱਚ ਜਿਹੜੇ ਉੱਥੋਂ ਦੀਆਂ ਸਮਾਜ ਸੇਵੀ ਸੰਸਥਾ ਨੂੰ ਪੈਸੇ ਭੇਜਦੇ ਆ। ਸੋ ਉਹਨਾਂ ਸਮਾਜ ਸੇਵੀ ਸੰਸਥਾ ਨੂੰ ਇਹ ਬੇਨਤੀ ਆ, ਅਗਰ ਤੁਸੀਂ ਉਹਨਾਂ ਦਾ ਪੈਸਾ ਸਹੀ ਥਾਂ 'ਤੇ ਲਾ ਰਹੇ ਹੋ, ਜਿਹੜੇ ਤੁਹਾਨੂੰ ਡੋਨੇਸ਼ਨ ਦੇ ਰਹੇ ਹੋ, ਤਾਂ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਝਿਜਕ ਦੀ ਲੋੜ ਨਹੀਂ, ਕਿਸੇ ਪ੍ਰਕਾਰ ਦਾ ਕਿਸੇ ਦਾ ਡਰ ਨਹੀਂ ਚਾਹੀਦਾ ਮਨ ਦੇ ਵਿੱਚ। ਤੁਸੀਂ ਜੋ ਵੀ ਤੁਹਾਡੇ ਕੋਲ ਹਿਸਾਬ ਹੈਗਾ ਆ, ਤੁਸੀਂ ਸੰਗਤ ਦੇ ਮੂਹਰੇ ਰੱਖੋ ਜਿਨ੍ਹਾਂ ਨੇ ਤੁਹਾਨੂੰ ਪੈਸੇ ਭੇਜੇ ਆ। ਸਿਰਫ ਤੁਸੀਂ ਉਹਨਾਂ ਬੰਦਿਆਂ ਨੂੰ ਹਿਸਾਬ ਦਿਓ, ਤੁਹਾਨੂੰ ਹਰੇਕ ਬੰਦੇ ਨੂੰ ਉੱਠ ਕੇ ਹਿਸਾਬ ਦੇਣ ਦੀ ਲੋੜ ਨਹੀਂ ਹੈਗੀ। ਜਿਹੜਾ ਬੰਦਾ ਤੁਹਾਨੂੰ ਸੇਵਾ ਭੇਜ ਰਿਹਾ ਆ, ਤੁਸੀਂ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਝਿਜਕ ਤੋਂ ਉਹਨਾਂ ਨੂੰ ਹਿਸਾਬ ਦਿਓ। ਇਹ ਮੈਂ ਉਹਨਾਂ ਵੀਰਾਂ ਨੂੰ ਅਪੀਲ ਕਰਦਾ ਹਾਂ ਜੀ। ਮੈਂ ਇਸ ਪਾਸੇ ਦੂਜੀ ਗੱਲ ਇਹ ਕਰਦਾ ਕਿ ਸੇਵਾ ਨੂੰ ਡਰਾਮਾ ਨਾ ਬਣਾਇਆ ਜਾਵੇ, ਸੇਵਾ ਨੂੰ ਸੇਵਾ ਤੱਕ ਹੀ ਸੀਮਤ ਰੱਖਿਆ ਜਾਵੇ, ਸੇਵਾ ਨੂੰ ਰਾਜਨੀਤੀ ਵਿੱਚ ਨਾ ਵੜਾਇਆ ਜਾਵੇ, ਕਿਉਂਕਿ ਸੇਵਾ ਬਹੁਤ ਹੀ ਵੱਡੀ ਚੀਜ਼ ਆ। ਸੇਵਾ ਤੋਂ ਹੀ ਰਾਜ ਮਿਲਦਾ ਆ। ਸੇਵਾ ਇੱਕ ਉਹ ਚੀਜ਼ ਆ ਜੋ ਤੁਹਾਡੇ ਮਨ ਦੇ ਪਾਪ ਨੂੰ ਧੋਂਦੀ ਆ, ਤੁਹਾਡੇ ਮਨ ਵਿੱਚ ਜੋ ਵੀ ਗੰਦੀਆਂ ਮੰਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸਾਫ਼ ਕਰਦਾ, ਤੁਹਾਡਾ ਮਨ ਸਾਫ਼ ਕਰਦੀ ਆ। ਇਹ ਸਿੱਖ ਨੂੰ ਸੇਵਾ ਗੁਰੂ ਸਾਹਿਬ ਨੇ ਹੀ ਦਿੱਤੀ ਆ। ਸੋ ਆਪਾਂ ਇਹ ਸੇਵਾ ਨੂੰ ਸੇਵਾ ਰਹਿਣ ਦੀਏ, ਸੇਵਾ ਨੂੰ ਸੁਚੱਜੇ ਉਹ ਸਰਲਤਾ ਨਾਲ ਨਿਭਾਈਏ, ਨੀਵੇਂ ਹੋ ਕੇ ਸੇਵਾ ਨੂੰ ਨਿਭਾਈਏ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਅਗਰ ਕੁਛ ਗਲਤ ਕਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੀ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਹਰਮਨ ਭਾਜੀ ਦਾ। ਹਰਮਨ, ਤੁਸੀਂ ਵੀ ਸੇਵਾ ਕਰਦੇ ਆ, ਸੇਵਾ ਗਰੁੱਪਾਂ ਦੇ ਵਿੱਚ ਸੇਵਾਵਾਂ ਕਰਦੇ ਆ, ਕਿ ਅੱਜ ਬਲੇਮ ਲੱਗ ਰਿਹਾ ਆ ਜਿੱਦਾਂ ਵੀ ਜੋ ਵੀ ਆਸੇ ਪਾਸੇ ਹੋ ਰਿਹਾ ਆ, ਤੁਸੀਂ ਵੀ ਕਰਦੇ ਪਏ ਆ ਸੇਵਾ। ਤੁਸੀਂ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਇਹਨਾਂ ਸੇਵਾਵਾਂ ਦੇ ਵਿੱਚ, ਜੇ ਕੱਲ੍ਹ ਨੂੰ ਤੁਹਾਨੂੰ ਇਸ ਦਾ ਸਵਾਲ ਦਾ ਆਨਸਰ, ਤੁਸੀਂ ਕਿਸ ਤਰੀਕੇ ਨਾਲ ਆਨਸਰ ਦਿਓਗੇ? ਜੇ ਤੁਹਾਨੂੰ ਉਹੀ ਜੋ ਅੱਜ ਕੱਲ੍ਹ ਸਮਾਜ ਸੇਵਕ ਸੰਸਥਾਵਾਂ ਦੇ ਉੱਤੇ ਲੱਗ ਰਿਹਾ ਆ, ਜੇ ਇਹੀ ਸਵਾਲ ਤੁਹਾਡੇ ਉੱਤੇ ਮੈਂ ਖੁਦ ਰੱਖਦਾ ਹਾਂ, ਤਾਂ ਤੁਸੀਂ ਇਹਦਾ ਆਨਸਰ ਕੀ ਦਿਓਗੇ? ਕਿ ਕਿਉਂਕਿ ਤੁਸੀਂ ਵੀ ਹੁਣ ਗੱਡੀ ਖਰੀਦੀ ਆ, ਤੁਹਾਡੇ ਕੋਲ ਵੀ ਦੁਕਾਨ ਖਰੀਦੀ ਆ, ਅਤੇ ਉਹ ਕਿੱਦਾਂ ਅਤੇ ਕਿੱਥੋਂ? ਅਤੇ ਜੇ ਮੈਂ ਤੁਹਾਨੂੰ ਸਵਾਲ ਪੁੱਛਦਾ ਉਹਦਾ ਆਨਸਰ ਕੀ ਦਿਓਗੇ? ਦੇਖੋ, ਸਭ ਤੋਂ ਪਹਿਲਾਂ ਜਿਹੜੀ ਅਸੀਂ ਸੇਵਾ ਦੀ ਗੱਲ ਕਰਦੇ ਹਾਂ, ਜਿਹੜੀ ਸਾਡੀ ਟੀਮ ਇੱਥੇ ਸਪੇਨ ਦੇ ਵਿੱਚ, ਸਾਡੀ ਨਹੀਂ, ਸਾਡੀ ਸਾਰਿਆਂ ਨੇ ਕਹਿਣ ਦਾ ਭਾਵ, ਮੇਰੀ ਨਿੱਜੀ ਨਹੀਂ ਹੈਗੀ ਟੀਮ, ਉਹ ਸਾਡੇ ਸਮੂਹ ਪੰਜਾਬੀਆਂ ਦੀ ਟੀਮ ਆ ਜੋ ਸੇਵਾ ਹੋ ਰਹੀ ਹੈ ਸਪੇਨ ਦੇ ਵਿੱਚ ਵੀਰ ਖਾਲਸਾ ਗਰੁੱਪ ਵੱਲੋਂ। ਉਹਦੇ ਵਿੱਚ ਅਗਰ ਮਾਇਆ ਦੇ ਰੂਪ ਵਿੱਚ ਕੋਈ ਸੇਵਾ ਹੁੰਦੀ ਆ, ਜਿਹੜੇ ਸਾਡੇ ਇਹ ਟੀਮ ਮੈਂਬਰ ਖੜ੍ਹੇ ਆ 25-30 ਟੀਮ ਮੈਂਬਰ, ਜਿਹੜੇ ਸਪੈਸ਼ਲ ਉਹ ਆਪਣੇ ਜੇਬ ਖਰਚੇ ਵਿੱਚੋਂ ਆਪਣੇ ਦਸਵੰਧ ਕੱਢਦੇ ਨੇ ਕਮਾਈ ਵਿੱਚ, ਅਸੀਂ ਉਹੀ ਪੈਸਾ ਹੀ ਲੈ ਰਹੇ ਹਾਂ। ਅਗਰ ਕੋਈ ਹੋਰ ਦੂਸਰਾ ਬੰਦਾ, ਕੋਈ ਹੋਰ ਵੀਰ ਜਿਹੜਾ ਸਾਡੀ ਟੀਮ ਦੇ ਵਿੱਚ ਨਹੀਂ ਹੈਗਾ, ਅਗਰ ਉਹ ਸਾਡੇ ਨਾਲ ਸੇਵਾ ਕਰਨੀ ਚਾਹੁੰਦਾ ਆ, ਤਾਂ ਸਾਨੂੰ ਉਹ ਰਾਸ਼ਨ ਪ੍ਰੋਵਾਈਡ ਕਰਵਾਉਂਦਾ ਆ। ਅਸੀਂ ਉਹਨੂੰ ਕਹਿੰਦੇ ਸਾਨੂੰ 20 ਬੋਰੀਆਂ ਆਟੇ ਦੀਆਂ, ਜਾਂ 10 ਕਿਲੋ ਦਾਲ, ਜਾਂ ਸਾਨੂੰ 50 ਕਿਲੋ ਖੰਡ ਚਾਹੀਦੀ। ਅਸੀਂ ਨਕਦ ਰੂਪ ਵਿੱਚ ਪੈਸੇ ਨਹੀਂ ਲੈ ਰਹੇ ਉਹਨਾਂ ਕੋਲੋਂ, ਉਹ ਸਾਨੂੰ ਪੈਸੇ ਦੇ ਸਾਨੂੰ ਸਮਾਨ ਲੈ ਕੇ ਦੇ ਰਹੇ ਆ। ਅਤੇ ਜਿੱਦਾਂ ਹੁਣ ਮੈਂ ਬਿਜ਼ਨਸ ਸ਼ੁਰੂ ਕਰ ਰਿਹਾ ਆਪਣਾ, ਮੈਂ ਹੁਣ ਗੱਡੀ ਵੀ ਲਈ ਆ, ਉਹ ਮੈਂ ਗੱਡੀ ਇਸ ਤਰੀਕੇ ਨਾਲ ਲਈ ਆ। ਮੇਰੇ ਕੋਲ ਪਹਿਲਾਂ ਇੱਕ ਸੈਕਿੰਡ ਹੈਂਡ ਗੱਡੀ ਸੀ, ਉਹ ਮੈਂ ਗੱਡੀ ਆਪਣੀ ਵੇਚੀ ਆ। ਕੁਛ ਮੇਰੇ ਕੋਲ ਪੈਸੇ ਸੀ ਮੇਰੇ ਕੋਲ, ਉਹਨਾਂ ਗੱਡੀ ਵਿੱਚ ਮੈਂ ਪੈਸੇ ਮਿਕਸ ਕਰਕੇ ਆਪਣੀ ਗੱਡੀ ਸੈਕਿੰਡ ਹੈਂਡ ਹੀ ਫੇਰ ਲਈ ਆ। ਜਿਹੜਾ ਮੈਂ ਬਿਜ਼ਨਸ ਸਟਾਰਟ ਕਰ ਰਿਹਾ ਹਾਂ, ਆਪ ਤੱਕ ਗੌਰਮੈਂਟ ਦਾ ਇੱਕ ਰੂਲ ਹੈ ਇੱਥੇ, ਜਿਹੜੀ ਆਪਣੀ ਪਾਰੋ ਹੁੰਦੀ ਹੈ, ਅਸੀਂ ਕੰਮ ਕਰਦੇ ਹਾਂ। ਮੈਂ ਪਿਛਲੇ 12 ਸਾਲ ਤੋਂ ਲੀਗਲੀ ਕੰਮ ਕਰ ਰਿਹਾ, ਇੱਕੋ ਥਾਂ 'ਤੇ ਇੱਕੋ ਹੀ ਫੈਕਟਰੀ ਵਿੱਚ। ਮੇਰਾ ਉੱਤੇ ਪੈਸਾ ਬਣਿਆ ਹੋਇਆ ਆ, ਇਹਨੂੰ ਪਾਰੋ ਕਹਿੰਦੇ ਆਪਾਂ, ਅਤੇ ਹੈਲਪ ਹੁੰਦੀ ਗੌਰਮੈਂਟ ਦੀ ਇੱਕ। ਉਹ
ਉਹ ਮੈਂ ਸਾਰਾ ਬਿਜ਼ਨਸ ਸ਼ੋਅ ਕਰਕੇ ਮੈਨੂੰ ਤਾਂ 70% ਪੈਸੇ ਸਾਰੇ ਮੈਨੂੰ ਇਕੱਠੇ ਮਿਲ ਰਹੇ ਆ, ਉਹ ਹਾਲੇ ਮੈਨੂੰ ਗਾਂਹ ਜਾ ਕੇ ਮਿਲਣੇ ਆ। ਹਾਲੇ ਜੋ ਮੇਰੇ ਕੋਲ ਸੀਗੇ ਜਾਂ ਮੈਂ ਕੋਈ ਸੱਜਣਾ ਕੋਲ ਉਧਾਰ ਲਿਆ ਸੀ ਜਾਂ ਬੈਂਕ ਤੋਂ ਲੋਨ ਲਿਆ ਸੀ, ਕੁਛ ਵੀ ਸੀ, ਮੈਨੂੰ ਆਪਣਾ ਨਿੱਜੀ ਸੀਗਾ, ਉਹ ਮੈਂ ਇਸ ਤਰੀਕੇ ਨਾਲ ਆਪਣਾ ਬਿਜ਼ਨਸ ਸ਼ੁਰੂ ਕਰ ਰਿਹਾ ਹਾਂ। ਇਹਦੇ ਵਿੱਚ ਸੇਵਾ ਦਾ ਜਾਂ ਹੋਰ ਕਿਸੇ ਪ੍ਰਕਾਰ ਦਾ ਕੋਈ ਰੌਲਾ ਨਹੀਂ ਹੈਗਾ ਜੀ। ਅਗਰ ਕੋਈ ਵੀ ਸਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਹਿਸਾਬ ਪੁੱਛਣਾ ਚਾਹੁੰਦਾ ਹੈ, ਸਰਦਾਰ ਮੱਖਣ ਸਿੰਘ ਜੀ ਹੋਣੀ, ਇਹਨਾਂ ਕੋਲ ਇੱਕ ਰੁਪਈਆ ਲਿਖਿਆ ਪਿਆ ਜੀ, ਕਿੰਨੀ ਡੋਨੇਸ਼ਨ ਕਿਹੜੇ ਵੀਰ ਨੇ ਭੇਜੀ ਆ, ਕਿੱਥੇ ਖਰਚੀ ਗਈ ਆ, ਕਿੱਥੇ ਭੇਜੀ ਆ ਜੀ, ਸਾਡੇ ਕੋਲ ਸਾਰਾ ਹਿਸਾਬ ਕਿਤਾਬ ਉਹ ਸਰਦਾਰ ਮੱਖਣ ਸਿੰਘ ਹੋਣਾ ਕੋਲ ਲਿਖਤੀ ਰੂਪ ਵਿੱਚ ਪਿਆ ਹੈ ਜੀ। ਅਸੀਂ ਹਿਸਾਬ ਉਸ ਵੀਰ ਨੂੰ ਦੇਣ ਨੂੰ ਤਿਆਰ ਹਾਂ ਜਿਹੜੇ ਵੀਰ ਨੇ ਸਾਨੂੰ 5 ਯੂਰੋ ਵੀ ਦਾਨ ਵਿੱਚ ਦਿੱਤੇ ਆ ਜੀ। ਧੰਨਵਾਦ। ਚਲੋ ਇਹਨਾਂ ਵਿਚਾਰਾਂ ਤੋਂ ਇੱਕ ਚੀਜ਼ ਬੜੀ ਸਾਬਤ ਹੋਈ ਆ ਕਿ ਸਪੇਨ ਦੇ ਵਿੱਚ ਜੇ ਤੁਸੀਂ ਬਿਜ਼ਨਸ ਖੋਲ੍ਹਣਾ, ਇਹ ਉਹਨਾਂ ਪੰਜਾਬੀਆਂ ਵਾਸਤੇ ਇਹ ਵੀਡੀਓ ਜਿਹੜੀ ਆ ਬਹੁਤ ਫਾਇਦੇਮੰਦ ਆ ਜਿਹੜੇ ਸਪੇਨ ਦੇ ਵਿੱਚ ਪੈਸੇ ਨਹੀਂ ਹੈਗੇ, ਜਿਨ੍ਹਾਂ ਨੇ ਕੰਮ ਕੀਤਾ ਆ ਅਤੇ ਉਹ ਆਪਣਾ ਬਿਜ਼ਨਸ ਖੋਲ੍ਹ ਸਕਦੇ ਆ। ਭਾਜੀ ਹੁਣਾਂ ਨੇ ਇੱਕ ਦੱਸਿਆ ਕਿ ਰਸਤਾ ਦੱਸਿਆ ਤੁਹਾਨੂੰ, ਜਿਸ ਵਿੱਚ ਉਹਨੇ ਦੱਸਿਆ ਕਿ ਇਕੱਠੀ ਪਾਰੋ ਜਿਹੜੀ ਹੈ ਗੌਰਮੈਂਟ ਕੋਲੋਂ ਹੈਲਪ ਮਿਲਦੀ ਹੈ। ਜਿਵੇਂ ਤੁਸੀਂ ਕੰਮ ਕਰਦੇ ਆ, ਉਹ ਪੈਸੇ ਇਕੱਠੇ ਵੀ ਗੌਰਮੈਂਟ ਕੋਲੋਂ ਲਏ ਜਾ ਸਕਦੇ ਆ ਅਤੇ ਤੁਸੀਂ ਆਪਣਾ ਬਿਜ਼ਨਸ ਵੀ ਖੋਲ੍ਹ ਸਕਦੇ ਆ। ਬਹੁਤ ਵਧੀਆ ਤਰੀਕੇ ਦੇ ਨਾਲ ਭਾਜੀ ਹੁਣਾਂ ਨੇ ਸਮਝਾਇਆ ਆ ਕਿ ਇੱਕ ਵਧੀਆ ਤਰੀਕੇ ਦੇ ਨਾਲ ਸਮਝਾਇਆ। ਇਸ ਚੀਜ਼ ਨੂੰ ਨੋਟ ਕਰ ਲਿਆ ਜਾਵੇ, ਜਿਹੜੇ ਵੀਰ ਪੰਜਾਬੀ ਸਪੇਨ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਇੱਕ ਫਾਇਦੇਮੰਦ ਗੱਲ ਆ ਕਿ ਜੇ ਤੁਸੀਂ ਆਪਣਾ ਬਿਜ਼ਨਸ ਖੋਲ੍ਹਣਾ ਚਾਹੁੰਦੇ ਆ ਤਾਂ ਤੁਸੀਂ ਆਪਣਾ ਬਿਜ਼ਨਸ ਖੋਲ੍ਹ ਸਕਦੇ ਆ। ਕਿ ਜੇ ਪੈਸੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਗੌਰਮੈਂਟ ਕੋਲ ਕਿਸ ਤਰੀਕੇ ਨਾਲ ਲੈ ਜਾਂਦੇ, ਤਾਂ ਹਰਮਨ ਭਾਈ ਨੇ ਹੁਣ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ। ਹਰਮਨ ਭਾਈ ਬਹੁਤ ਬਹੁਤ ਧੰਨਵਾਦ। ਇੱਕ ਸਿਰਫ ਇਹੀ ਕੁਐਸਚਨ ਸੀਗਾ ਕਿ ਜੇ ਇਹੋ ਹੀ ਗੱਲ ਮੀਡੀਆ ਦੇ ਵਿੱਚ ਜਿਹਦੇ 'ਤੇ ਇਲਜ਼ਾਮ ਲੱਗਦਾ ਜੇ ਉਹ ਕਹਿ ਦਿੱਤੀ ਜਾਵੇ ਤਾਂ ਸਾਰੇ ਮਸਲੇ ਦਾ ਹੱਲ ਜਿਹੜਾ ਵਾ ਉਹ ਹੋ ਸਕਦਾ ਆ ਕਿ ਨਹੀਂ ਹੋ ਸਕਦਾ? ਬਿਲਕੁਲ ਜੀ, ਬਿਲਕੁਲ। ਅਗਰ ਜਿਹੜਾ ਵੀ ਵੀਰ ਜਿਹਦੇ ਉੱਪਰ ਇਲਜ਼ਾਮ ਲੱਗ ਰਿਹਾ ਪੈਸੇ ਦਾ ਸੇਵਾ ਵਾਲੇ ਪਾਸੋਂ, ਉਹ ਮੀਡੀਆ ਵਿੱਚ ਬੈਠ ਕੇ ਸਾਰਾ ਆਪਣਾ ਸਪਸ਼ਟੀਕਰਨ ਸੰਗਤ ਦੇ ਮੂਹਰੇ ਰੱਖੋ, ਕਿਉਂਕਿ ਸੰਗਤ ਰੱਬ ਦਾ ਰੂਪ ਆ, ਸੰਗਤ ਵਿੱਚ ਗੁਰੂ ਵਸਦਾ ਹੈ, ਗੁਰੂ ਵਿੱਚ ਸੰਗਤ ਵਸਦੀ ਆ। ਉਹ ਸੰਗਤ ਦੇ ਮੂਹਰੇ ਸਾਰਾ ਆਪਣਾ ਹਿਸਾਬ ਕਿਤਾਬ ਰੱਖਣ, ਇੰਨੀ ਡੋਨੇਸ਼ਨ ਆਈ ਸੀ, ਇੰਨਾ ਖਰਚ ਹੋਇਆ ਆ, ਆਹ ਕੋਲ ਪਿਆ ਹੈ ਜੀ। ਸੋ ਬਾਕੀ ਸੰਸਥਾਵਾਂ ਮੈਂ ਇਹ ਨਹੀਂ ਕਹਿੰਦਾ ਸਾਰੇ ਇੱਕੋ ਜਿਹੇ ਆ, ਵਿੱਚ ਬਹੁਤ ਸਾਰੀਆਂ ਢੋਂਗੀ ਸੰਸਥਾ ਵੀ ਹੈਗੀਆਂ ਆ ਜਿਹੜੇ ਸੇਵਾ ਦੇ ਨਾਂ 'ਤੇ ਪੈਸਾ ਵੀ ਇਕੱਠਾ ਕਰ ਰਹੀਆਂ, ਇਹ 'ਚ ਵੀ ਦੋ ਸ਼ੱਕ ਨਹੀਂ ਹੈਗਾ। ਤੁਸੀਂ ਤਾਂ ਨਹੀਂ ਇੱਦਾਂ ਕਰਦੇ? ਨਹੀਂ ਜੀ, ਨਹੀਂ। ਸਾਡੇ ਜਿਹੜੇ ਪੈਸਾ ਸਾਡੇ ਕੋਲ ਇਕੱਠਾ ਹੋ ਰਿਹਾ ਜੀ, ਸਾਡੀ ਜਿਹੜੀ ਟੀਮ ਮੈਂਬਰ ਆ, ਅਸੀਂ ਉਹ ਹੀ ਪੈਸੇ ਇਕੱਠੇ ਕਰ ਰਹੇ ਆਪਸ ਵਿੱਚ। ਅਸੀਂ ਆਪਣਾ ਦਸਵੰਧ ਕੱਢਦੇ ਹਾਂ, ਹਫ਼ਤੇ ਬਾਅਦ, ਮਹੀਨੇ ਬਾਅਦ, ਜੋ ਵੀ ਹੁੰਦਾ ਹੈ, ਅਸੀਂ ਆਪਣਾ ਪੈਸਾ ਆਪਣੀਆਂ ਜੇਬਾਂ 'ਚੋਂ ਇਕੱਠਾ ਕਰਦੇ ਹਾਂ। ਕੋਈ ਸਾਡੇ ਸੱਜਣ ਆ, ਕੋਈ ਸਾਡੇ ਦੋਸਤ ਆ ਪੁਰਾਣੇ ਆ, ਜਿਨ੍ਹਾਂ ਨਾਲ ਸਾਡੀ 15 ਸਾਲ ਤੋਂ ਬਚਪਨ ਤੋਂ ਯਾਰੀ ਆ, ਦੋਸਤੀ ਆ, ਸਾਡੇ ਨਾਲ ਸਪੇਨ ਦੇ ਵਿੱਚ ਹੈਗੇ ਆ, ਉਹ ਵੀ ਸਾਨੂੰ ਦਿੰਦੇ ਆ। ਪਰ ਮੋਸਟਲੀ ਅਸੀਂ ਸਾਰਿਆਂ ਦੇ ਕੋਲੋਂ ਰਾਸ਼ਨ ਦੇ ਰੂਪ ਵਿੱਚ ਹੀ ਸੇਵਾ ਲੈਂਦੇ ਹਾਂ ਜੀ। ਅਗਰ ਕਿਸੇ ਵੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਸ਼ੱਕ ਹੋਵੇ, ਉਹ ਸਾਡੇ ਨੂੰ ਐਨੀ ਟਾਈਮ, ਕਿਸੇ ਵੀ ਵੇਲੇ, ਕਿਸੇ ਵੀ ਦਿਨ ਫੋਨ ਕਰ ਸਕਦਾ ਆ, ਨਿੱਜੀ ਤੌਰ 'ਤੇ ਆ ਕੇ ਮਿਲ ਸਕਦਾ ਜੀ। ਅਸੀਂ ਰੁਪਈਏ ਦਾ ਛੱਡੋ, ਅਸੀਂ ਸੈਂਟੀ ਦਾ ਹਿਸਾਬ ਦੇਣ ਨੂੰ ਤਿਆਰ ਹਾਂ ਜੀ। ਕੁਛ ਸੰਸਥਾਵਾਂ ਨੂੰ ਕੁਛ ਕਹਿਣਾ ਚਾਹੁੰਦੇ ਆ ਤੁਸੀਂ? ਸੰਸਥਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਜੀ, ਅਗਰ ਤੁਸੀਂ ਕਿਸੇ ਕੋਲ ਡੋਨੇਸ਼ਨ ਲੈਂਦੇ ਆ, ਤੁਹਾਨੂੰ ਕੋਈ ਡੋਨੇਸ਼ਨ ਦਿੰਦਾ ਤਾਂ ਉਸ ਡੋਨੇਸ਼ਨ ਨੂੰ ਸਹੀ ਹੱਥਾਂ ਤੱਕ ਪਹੁੰਚਾਇਆ ਜਾਵੇ, ਪੂਰੀ ਪਾਰਦਰਸ਼ਨ ਦੇ ਨਾਲ, ਪੂਰੀ ਸਫਾਈ ਦੇ ਨਾਲ ਉਸ ਡੋਨੇਸ਼ਨ ਨੂੰ ਜਿਹੜੇ ਲੋੜਵੰਦ ਹੈਗੇ ਆ ਉਹਨਾਂ ਤੱਕ ਪਹੁੰਚਾ ਦਿੱਤਾ ਜਾਵੇ। ਕਿਉਂਕਿ ਅਸੀਂ ਹੁਣ NRI ਬਾਹਰ ਬੈਠੇ ਆ, ਸਿੱਧੇ ਨਹੀਂ ਜਾ ਸਕਦੇ ਇੰਡੀਆ। ਇਸ ਮੰਨ ਲਓ ਕਿਸੇ ਨੂੰ 10,000 ਦੀ ਲੋੜ, ਅਸੀਂ ਨਹੀਂ ਜਾ ਸਕਦੇ। ਅਗਰ ਕਿਸੇ ਸੰਸਥਾ ਨੂੰ 10,000 ਰੁਪਇਆ ਭੇਜਿਆ ਜਾਂਦਾ ਆ ਉਸ ਵੀਰ ਦੀ ਜਾਂ ਉਸ ਪਰਿਵਾਰ ਦੀ ਸੇਵਾ ਵਾਸਤੇ, ਉਹ 10,000 ਰੁਪਇਆ ਉਹਨੂੰ ਪਹੁੰਚਾ ਦਿੱਤਾ ਜਾਵੇ। ਉਸ ਤੋਂ ਬਾਅਦ ਵੀਡੀਓ ਪਾ ਦਿੱਤੀ ਜਾਵੇ ਜੀ ਇਸ ਪਰਿਵਾਰ ਦੀ ਸੇਵਾ ਹੁਣ ਪੂਰੀ ਹੋ ਗਈ ਹੈ, ਇਸ ਪਰਿਵਾਰ ਨੂੰ ਹੁਣ ਹੋਰ ਖਰਚੇ ਦੀ ਲੋੜ ਨਹੀਂ ਹੈ ਜੀ। ਨਹੀਂ, ਤੁਸੀਂ ਵੀ ਸੇਵਾ ਪੰਜਾਬ ਦੇ ਵਿੱਚ ਕਰਦੇ ਆ, ਤੁਹਾਨੂੰ ਵੀ ਤੁਸੀਂ ਕਿੱਦਾਂ ਇੱਦਾਂ ਕਹਿ ਦਿਓਗੇ, ਕਿੱਦਾਂ ਫੜਾ ਦਿਓਗੇ ਪੈਸੇ? ਕਹਿਤਾ ਜੀ ਪੰਜਾਬ ਵਿੱਚ ਆ ਸੇਵਾ, ਤੁਸੀਂ ਤਾਂ ਇੱਥੇ ਰਹਿੰਦੇ NRI ਆ, ਤੁਸੀਂ ਤਾਂ ਇੱਥੋਂ ਜੇ ਕਿਸੇ ਨੇ ਵੀਡੀਓ ਪਾਈ ਪੈਸੇ ਭੇਜਦੇ ਆ, ਹੁਣ ਤੁਸੀਂ ਵੀ ਪੈਸੇ ਭੇਜਦੇ ਆ, ਤੁਸੀਂ ਕਿੱਦਾਂ ਦੇਖਦੇ ਆ? ਕਿੱਦਾਂ ਦੇਖ ਲਓਗੇ ਕਿ ਪੈਸੇ ਕਿੱਥੇ ਜਾਂਦੇ ਤੁਹਾਡੇ? ਸਾਡੀ ਟੀਮ ਪੰਜਾਬ 'ਚ ਕੰਮ ਕਰਦੀ ਹੈ ਜੀ। ਪਹਿਲਾਂ ਸਾਨੂੰ ਅਗਰ ਕਿਸੇ ਦੀ ਕਾਲ ਆਉਂਦੀ, ਸਾਨੂੰ ਜੀ ਸਹਾਇਤਾ ਦੀ ਲੋੜ ਆ, ਸਾਨੂੰ ਮਦਦ ਦੀ ਲੋੜ ਹੈ, ਸਾਡੀ ਟੀਮ ਪੰਜਾਬ 'ਚ ਬੈਠੀ ਆ, ਉਹ ਪਹਿਲਾਂ ਪੂਰੀ ਉਹਦੀ ਜਾਂਚ ਪੜਤਾਲ ਕਰਦੀ ਆ ਕਿ ਵਾਕਿਆ ਇਸ ਪਰਿਵਾਰ ਨੂੰ ਲੋੜ ਹੈ ਪੈਸੇ ਦੀ ਜਾਂ ਦਵਾਈ ਬੂਟੀ ਦੀ ਜਾਂ ਡਾਕਟਰੀ ਫੀਸ ਦੀ। ਅਸੀਂ ਉਹਦੀ ਮਦਦ ਤਾਂ ਕਰਦੇ ਹਾਂ। ਅਸੀਂ ਕਿਸੇ ਵੀ ਪਰਿਵਾਰ ਨੂੰ ਸਿੱਧੇ ਪੈਸੇ ਨਹੀਂ ਦਿੰਦੇ ਜਾ ਕੇ। ਪਹਿਲੀ ਗੱਲ ਤਾਂ ਇਹ ਆ ਜੀ, ਅਗਰ ਸਾਨੂੰ ਕੋਈ ਪਰਿਵਾਰ ਕਾਲ ਕਰਦਾ ਹੈ ਕਿ ਸਾਨੂੰ 10,000 ਰੁਪਏ ਦੀ, ਸਾਨੂੰ ਟ੍ਰੀਟਮੈਂਟ ਵਾਸਤੇ 10,000 ਰੁਪਏ ਦੀ ਲੋੜ ਆ, ਅਸੀਂ ਸਿੱਧੇ ਪੈਸੇ ਪਰਿਵਾਰ ਨੂੰ ਨਹੀਂ ਦਿੰਦੇ ਜੀ। ਅਸੀਂ ਹੌਸਪੀਟਲ ਦੇ ਵਿੱਚ ਜਾਂਦੇ ਹਾਂ ਜਿੱਥੇ ਉਹ ਪੇਸ਼ੈਂਟ ਦਾਖਲ ਆ, ਠੀਕ ਆ ਜੀ, ਕਾਊਂਟਰ 'ਤੇ ਗੱਲ ਹੁੰਦੀ ਹੈ ਜੀ ਕਿੰਨੇ ਪੈਸੇ ਫੀਸ 'ਤੇ ਰਹਿੰਦੇ ਆ, 10,000, 5,000, 8,000 ਜੋ ਵੀ ਹੈਗਾ, ਅਸੀਂ ਉਹ ਤੋਂ ਬਕਾਇਦਾ ਡਾਕਟਰ ਦੇ ਅਸੀਂ ਹੌਸਪੀਟਲ ਵਿੱਚ ਪੈਸੇ ਜਮ੍ਹਾਂ ਕਰਵਾਏ ਜਾਂਦੇ ਆ, ਉਹਨਾਂ ਕੋਲ ਰਸੀਦ ਲਈ ਜਾਂਦੀ ਹੈ ਜੀ। ਕੈਸ਼ ਪੇਮੈਂਟ ਕਿਸੇ ਵੀ ਪਰਿਵਾਰ ਨੂੰ ਨਹੀਂ ਕੀਤੀ ਜਾਂਦੀ, ਚਾਹੇ ਕਿਸੇ ਬੱਚੀ ਦਾ ਵਿਆਹ ਵੀ ਆ, ਅਸੀਂ ਉਹ ਸਮਾਨ ਲੈ ਕੇ
ਜੋ ਬਰਾਤ ਵਾਸਤੇ ਲੋੜ ਹੁੰਦੀ ਹੈ ਰਾਸ਼ਨ ਰਸਤ ਦੀ, ਅਸੀਂ ਉਹ ਸਮਾਨ ਲੈ ਕੇ ਦਿੰਦੇ ਹਾਂ ਜੀ। ਨਗਦ ਰੁਪਈਆ ਅਸੀਂ ਕਿਸੇ ਨੂੰ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਜੀ। ਇਹ ਟੀਮ ਹੈਗੀ ਪੰਜਾਬ ਵਾਲੀ ਪੂਰੀ ਪਹਿਲਾਂ ਘੋਖ ਕਰਦੀ ਆ, ਵਿੱਚ ਏਜੰਟ ਨਹੀਂ ਪਾਉਂਦੇ ਕਹਿੰਦੇ ਉਹ। ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਜੀ। ਜੀ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਅਸੀਂ ਸਿੱਧੇ ਪੈਸੇ ਹਸਪੀਟਲ ਨੂੰ ਦਿੰਦੇ ਹਾਂ, ਜਾਂ ਜਿੱਥੋਂ ਸਮਾਨ ਲੋੜ ਹੁੰਦੀ ਹੈ ਸਮਾਨ ਲੈ ਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਜੀ। ਸਾਡੀ ਕਹਿਣ ਨੂੰ ਤਾਂ ਉਹ ਵੀ ਸੰਸਥਾਵਾਂ ਕਹਿੰਦੀਆਂ ਅਸੀਂ ਬੜੇ ਪਾਰਦਰਸ਼ੀ ਆ ਜਿੱਦਾਂ ਤੁਸੀਂ ਕਹਿਣ ਡਏ ਆ, ਪਰ ਚਲੋ ਮੈਂ ਤਾਂ ਇਹੀ ਕਹੂੰਗਾ ਕਿ ਜਿਹਦੇ ਕੋ ਵੀ ਸੰਗਤ ਸਵਾਲ ਪੁੱਛੇ ਤੇ ਉਹਦਾ ਜਵਾਬ ਉਹ ਸੰਸਥਾ ਦੇ ਵਿੱਚ ਜ਼ਰੂਰ। ਸਵਾਲ ਪੁੱਛੋ, ਜਿਹੜਾ 1 ਰੁਪਈਆ ਤੁਸੀਂ ਦਿੰਦੇ ਆ ਪੁੱਛੋ ਕਿੱਥੇ ਜਾਂਦਾ, ਤੁਹਾਡਾ ਹੱਕ ਬਣਦਾ, ਕਿਉਂਕਿ ਤੁਹਾਡੀ ਕਿਰਤ ਕਮਾਈ ਆ। ਅਸੀਂ ਤਾਂ ਇਹੀ ਕਹਿੰਦੇ ਆ ਕਿ ਹਰ ਇੱਕ ਲੋੜਵੰਦ ਤੱਕ ਉਹ ਚੀਜ਼ਾਂ ਪਹੁੰਚਣ ਜਿਹੜੀਆਂ ਚੀਜ਼ਾਂ ਦੀ ਉਹਨੂੰ ਲੋੜ ਆ, ਦਸਬੰਧ ਆ, ਉਹ ਤੁਹਾਡਾ ਪਹੁੰਚੇ। ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੁਣ ਮਿਲਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜੀਤਾ ਸਿੱਧੂ ਜੀ, ਜਿਹੜੇ ਅੱਜ 15-16 ਸਾਲ ਹੋ ਗਿਆ ਸਪੇਨ ਦੇ ਵਿੱਚ ਆਇਆ ਨੂੰ, ਅਤੇ ਛੋਟੀ ਜਿਹੀ ਉਮਰ ਵਿੱਚ ਸਪੇਨ ਵਿੱਚ ਆਏ ਸੀਗੇ, ਅਤੇ ਅੱਜ ਕਾਫੀ ਇਹਨਾਂ ਨੇ ਇੱਥੇ ਆਸੇ-ਪਾਸੇ ਬਿਜ਼ਨਸ ਆ। ਭਾਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿਹੜਾ ਪਿੰਡ ਆ ਤਾਂ ਕਿੱਥੋਂ ਆਪਾਂ? ਮੇਰਾ ਪਿੰਡ ਹੈਗਾ ਜੀ ਸਦਮਾ ਦੋਨਾ, ਹਾਂਜੀ, ਜ਼ਿਲ੍ਹਾ ਕਪੂਰਥਲਾ, ਅਤੇ ਤਕਰੀਬਨ 2007 ਤੋਂ ਮੈਂ ਜੋਹਰ ਦੀ ਮਾਰ 'ਤੇ ਆਇਆ ਸੀਗਾ। ਉਸ ਤੋਂ ਬਾਅਦ ਕਾਫੀ ਸਟਰਗਲ ਕੀਤੀ ਆ। ਉਸ ਤੋਂ ਬਾਅਦ ਜਰੋਨਾ ਸ਼ਿਫਟ ਹੋਏ ਆ, ਅਤੇ ਆਪਣੀ ਮਿਹਨਤ ਕਰਕੇ ਕੁਛ ਮਾਰਕੀਟਾਂ ਬਣਾਈਆਂ ਵਾ, ਕੰਮ ਕਰਦੇ ਪਏ ਆ, ਸੇਵਾ ਵੀ ਕਰਦੇ ਪਏ ਆ, ਅਤੇ ਬਾਕੀ ਧੰਨਵਾਦ ਹੈ ਜੀ ਸਾਰਿਆਂ ਦਾ। ਸਦਮਾ ਦੋਨਾ ਪਿੱਛੇ ਜੇ ਤੁਸੀਂ ਦੇਖ ਲਿਆ ਸੀਗਾ, ਵੀਡੀਓ ਦੇਖੀਆਂ ਹੋਣੀਆਂ। ਸਦਮਾ ਦੋਨਾ ਕਾਫੀ ਉਹ ਪਿੰਡ ਹੈ NRIਆਂ ਦਾ ਜਿਹੜਾ ਪਿੰਡ ਕਾਫੀ ਤਰੱਕੀ ਕਰ ਚੁੱਕਾ ਆ। ਪਿੰਡ ਸਦਮਾ ਦੋਨਾ ਮੇਰਾ ਵੀ ਖੁਦ ਦਾ ਪਿੰਡ ਹੋਈ ਆ, ਅਤੇ ਮੇਰੇ ਹੀ ਪਿੰਡੋਂ ਆ, ਅਸੀਂ ਇੱਕੋ ਹੀ ਪਿੰਡ ਤੋਂ ਆ, ਕਿ ਪਿੰਡ ਕਾਫੀ ਤਰੱਕੀ ਕੀਤੀ ਆ। ਬਹੁਤ ਸੋਹਣਾ ਪਿੰਡ ਬਣਿਆ, ਬੜਾ ਵਧੀਆ NRIਆਂ ਦਾ ਪਿੰਡ ਬਣਿਆ ਹੋਇਆ ਆ, ਅਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ। ਇਹਨਾਂ ਨੇ ਇੱਥੇ ਆ ਕੇ ਕਾਫੀ ਤਰੱਕੀ ਕੀਤੀ, ਛੋਟੀ ਜਿਹੀ ਉਮਰ ਵਿੱਚ ਆਏ ਸੀਗੇ, ਅਤੇ ਅੱਜ ਕਰੋੜਾਂ ਰੁਪਈਆਂ ਦਾ ਬਿਜ਼ਨਸ ਹੈ ਇਹਨਾਂ ਦੇ ਕੋਲ। ਇੱਕ ਮਿਹਨਤ ਜਿਹੜੀ ਹੁੰਦੀ ਆ ਉਹ ਆਪਣਾ ਫਲ ਲੈ ਕੇ ਆਉਂਦੀ ਆ, ਅਤੇ ਮੈਂ ਹੁਣ ਧੰਨਵਾਦ ਕਰਦਾ ਵਾਂ ਮੈਂ ਇੱਥੇ ਅੱਜ ਪਹੁੰਚਿਆ। ਇੱਕ ਗੱਲ ਵਿੱਚ ਵੀਡੀਓ ਦੇ ਵਿੱਚ ਕਰਨੀ ਜ਼ਰੂਰ ਮੰਗਦੇ ਹਾਂ ਕਿ ਸਾਡੇ ਅੱਜ ਮਾਸਕ ਨਹੀਂ ਪਾਏ ਹੋਏ, ਅਸੀਂ ਬਿਨਾਂ ਮਾਸਕਾਂ ਤੋਂ ਵੀਡੀਓ ਕਰ ਰਹੇ ਹਾਂ। ਇਹਦਾ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਮਾਸਕ ਜ਼ਰੂਰ ਪਾਇਆ ਕਰੋ, ਕਿ ਅਸੀਂ ਤਾਂ ਇਹ ਗਲਤੀ ਕਰ ਦਿੱਤੀ ਆ ਪਰ ਤੁਸੀਂ ਨਾ ਕਰਿਓ। ਅਤੇ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬੀ ਲੋਕ ਚੈਨਲ 'ਤੇ ਅਕਸਰ ਸਾਡੀਆਂ ਵੀਡੀਓ ਦੇਖਦੇ ਹਾਂ, ਅਤੇ ਕਰਦੇ ਹਾਂ ਅਗਲੇ ਹਫ਼ਤੇ ਇੱਕ ਇਹੋ ਜਿਹੀ ਵੀਡੀਓ, ਜੰਗਲਾਂ ਦਾ ਦੌਰ ਕਿਹੋ ਜਿਹਾ ਰਿਹਾ, ਕਿੱਦਾਂ ਡੋਂਕੀਆਂ ਲਾ ਕੇ ਜੰਗਲ ਟੱਪ ਕੇ ਅੱਜ ਸਪੇਨ ਵਿੱਚ ਪਹੁੰਚੇ। ਧੰਨਵਾਦ ਜੀ।